ਗੁਰੂ ਰੂਪ ਸਾਧ ਸੰਗਤ ਜੀਓ, ਸਿਨੇਮਰ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰੀਰ ਦੇ ਤਲ ਤੇ ਜੋ ਕੁਝ ਅਨੁਕੂਲ ਪ੍ਰਾਪਤ ਹੁੰਦਾ ਹੈ ਉਹਨੂੰ ਕਹਿੰਦੇ ਨੇ ਸੁੱਖ। ਸੁੱਖ ਮਨ ਦੇ ਤਲ ਤੇ ਜੋ ਕੁਝ ਅਨੁਕੂਲ ਪ੍ਰਾਪਤ ਹੁੰਦਾ ਹੈ ਉਹਨੂੰ ਕਹਿੰਦੇ ਨੇ ਆਨੰਦ। ਇੱਕ ਸੁੱਖ ਹੈ, ਇੱਕ ਆਨੰਦ ਹੈ। ਜ਼ਮੀਨ ਆਸਮਾਨ ਦਾ ਦੋਹਾਂ ਦੇ ਵਿੱਚ ਫਰਕ ਹੈ। ਸੁੱਖ ਕੋਈ ਵੀ ਹੋਵੇ ਆਖਰ ਦੁੱਖ ਦੇ ਵਿੱਚ ਬਦਲਦਾ ਹੈ। ਐਸਾ ਕੋਈ ਵੀ ਸੁੱਖ ਨਹੀਂ ਜੋ ਦੁੱਖ ਦੇ ਵਿੱਚ ਨਾ ਬਦਲੇ। ਜਨਮ ਸੁੱਖ ਸਹੀ, ਪਰ ਮਰਨ ਦੇ ਦੁੱਖ ਦੇ ਵਿੱਚ ਬਦਲਦਾ ਹੈ। ਜਵਾਨੀ ਸੁੱਖ ਸਹੀ, ਪਰ ਬੁਢੇਪੇ ਦੇ ਦੁੱਖ ਦੇ ਵਿੱਚ ਬਦਲਦੀ ਹੈ। ਜਬ ਲਗ ਜਰਾ ਰੋਗ ਨਹੀਂ ਆਇਆ, ਬੁਢੇਪੇ ਨੂੰ ਤੇ ਰੋਗ ਕਹਿ ਦਿੰਦੇ। ਹੂ ਬਹੂ ਇਸੇ ਤਰੀਕੇ ਦੇ ਨਾਲ ਐਸਾ ਸਮਝ ਲਓ, ਸੁੱਖ ਦੁੱਖ ਦੇ ਵਿੱਚ ਬਦਲਦਾ ਹੈ। ਆਨੰਦ ਕੇਵਲ ਆਨੰਦ ਹੀ ਹੈ, ਉਹਦੇ ਵਿਪਰੀਤ, ਉਹਦੇ ਮੁਖਾਲਫ, ਉਹਦੇ ਮੁਕਾਬਲੇ ਦੀ ਦੂਜੀ ਅਵਸਥਾ ਨਹੀਂ ਹੈ। ਸੁੱਖ ਦੇ ਮੁਖਾਲਫ ਅਵਸਥਾ ਹੈ ਦੁੱਖ। ਆਨੰਦ ਦੇ ਵਿਪਰੀਤ, ਆਨੰਦ ਦੇ ਮੁਖਾਲਫ, ਆਨੰਦ ਦੇ ਅਪੋਜ਼ਿਟ ਕੋਈ ਦੂਸਰੇ ਹਾਲਾਤ ਨਹੀਂ ਹੈ, ਕੋਈ ਦੂਜੀ ਅਵਸਥਾ ਨਹੀਂ ਹੈ। ਹੁਣ ਦੂਜਾ ਨੁਕਤਾ ਧਿਆਨ ਨਾਲ ਸੁਣਨਾ। ਸੁੱਖ ਪਦਾਰਥ ਤੋਂ ਮਿਲਦਾ ਹੈ, ਆਨੰਦ ਪਰਮਾਤਮਾ ਤੋਂ ਮਿਲਦਾ ਹੈ। ਸਰੀਰ ਨੂੰ ਕੋਈ ਵੀ ਸੁੱਖ ਚਾਹੀਦਾ ਹੈ, ਪਦਾਰਥ ਤੋਂ ਮਿਲੇਗਾ, ਔਰ ਪਦਾਰਥ ਬਾਹਰੋਂ ਮਿਲੇਗਾ। ਬਾਹਰੋਂ ਮਿਲੇਗਾ, ਅੰਦਰੋਂ ਕੁਝ ਵੀ ਨਹੀਂ ਲੱਭਣਾ। ਸੁੱਖ ਪਦਾਰਥ ਤੋਂ ਮਿਲੇਗਾ। ਪਦਾਰਥ ਦੇ ਅਨੇਕਾਂ ਰੂਪ ਨੇ। ਪਦਾਰਥ ਅਨੇਕਾਂ ਪ੍ਰਵਾਰ ਦਾ ਹੈ। ਸੁੱਖ ਪਦਾਰਥ ਤੋਂ ਮਿਲੇਗਾ, ਆਨੰਦ ਪਰਮਾਤਮਾ ਤੋਂ ਮਿਲੇਗਾ। ਪਦਾਰਥ ਬਾਹਰੋਂ ਮਿਲਣਗੇ, ਪਰਮਾਤਮਾ ਅੰਦਰੋਂ ਮਿਲੇਗਾ। ਜੋ ਆਪਣੇ ਅੰਦਰ ਪਦਾਰਥ ਨੂੰ ਲੱਭਣ ਦੀ ਕੋਸ਼ਿਸ਼ ਕਰੇ, ਭਰਮ ਦੇ ਚ ਹੈ, ਭੁਲੇਖੇ ਦੇ ਚ ਹੈ। ਜੋ ਬਾਹਰ ਪਰਮਾਤਮਾ ਨੂੰ ਲੱਭਣ ਦੀ ਕੋਸ਼ਿਸ਼ ਕਰੇ, ਗੁਰਬਾਣੀ ਕਹਿੰਦੀ ਹੈ ਬਾਹਰ ਟੋਲੇ ਸੋ ਭਰਮ ਭੁਲਾਏ। ਭਰਮ ਦੇ ਚ ਹੈ, ਭੁਲੇਖੇ ਦੇ ਚ ਹੈ। ਉਹ ਮਨੁੱਖ ਵੀ ਭਰਮ ਦੇ ਚ ਹੈ, ਭੁਲੇਖੇ ਦੇ ਚ ਹੈ, ਜੋ ਪਦਾਰਥ ਅੰਦਰੋਂ ਲੱਭੇ। ਉਹ ਵੀ ਭਰਮ ਦੇ ਚ ਹੈ, ਭੁਲੇਖੇ ਦੇ ਚ ਹੈ, ਜੋ ਪਰਮਾਤਮਾ ਨੂੰ ਬਾਹਰੋਂ ਲੱਭੇ। ਬਾਬਾ ਫਰੀਦ ਤੇ ਇੱਥੇ ਤੱਕ ਕਹਿੰਦੇ ਨੇ, ਜੰਗਲ ਜੰਗਲ ਕਿਆ ਭਵੇਂ, ਵਣ ਕੰਡਾ ਮੋੜੇ। ਪਰਮਾਤਮਾ ਤੇਰੇ ਕੀ ਮੂੰਹ ਲੱਗਣਾ, ਤੇਰੇ ਮੂੰਹ ਕੰਡੇ ਹੀ ਲੱਗਣੇ। ਵਣ ਕੰਡਾ ਮੋੜੇ, ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ। ਇੱਕ ਦੂਜਾ ਨੁਕਤਾ ਵੀ ਸੁਣ ਲੈਣਾ। ਇਹਦਾ ਇਹ ਮਤਲਬ ਨਹੀਂ ਕਿ ਬਾਹਰ ਪਰਮਾਤਮਾ ਨਹੀਂ ਹੈ। ਬਾਹਰ ਭੀਤਰ ਏਕੋ ਜਾਨੋ, ਏ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭ੍ਰਮ ਕੀ ਖਾਈ। ਤੇ ਜਦ ਅੰਦਰ ਹੈ ਤਾਂ ਅੰਦਰ ਨਾਲ ਬਹੁਤ ਨੇੜੇ ਹੈ। ਤੇ ਜਦ ਨੇੜੇ ਤੋਂ ਹੀ ਨਹੀਂ ਲੱਭਿਆ ਤੇ ਦੂਰ ਤੋਂ ਕੀ ਖਾਕ ਲੱਭੇਗਾ। ਜਦ ਨੇੜੇ ਤੋਂ ਹੀ ਪ੍ਰਾਪਤੀ ਨਹੀਂ ਹੋਈ ਤਾਂ ਫਿਰ ਦੂਰ ਤੋਂ ਕਿਸ ਤਰ੍ਹਾਂ ਪ੍ਰਾਪਤ ਹੋਵੇਗੀ। ਸਭ ਕਿਛ ਘਰ ਮੇਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਏ। ਹੁਣ ਮੈਂ ਇਸ ਨੂੰ ਦੁਹਰਾ ਕੇ ਫਿਰ ਬਿਆਨ ਕਰਦੇ ਹਾਂ।
ਜੋ ਅੰਦਰੋਂ ਪਦਾਰਥ ਲੱਭਣ ਦੀ ਕੋਸ਼ਿਸ਼ ਕਰੇ, ਸੋਨਾ ਲੱਭਣਾ ਹੈ, ਚਾਂਦੀ ਲੱਭਣੀ ਹੈ, ਹੀਰੇ ਲੱਭਣੇ ਨੇ, ਮੋਤੀ ਲੱਭਣੇ ਨੇ, ਅੰਨ ਲੱਭਣਾ ਹੈ, ਧਨ ਲੱਭਣਾ ਹੈ, ਹੋਰ ਸਾਰੇ ਸੰਬੰਧ ਲੱਭਣੇ ਨੇ, ਅੰਦਰੋਂ ਨਹੀਂ ਲੱਭਣਗੇ, ਬਾਹਰੋਂ ਲੱਭਣਗੇ। ਪਰਮਾਤਮਾ ਲੱਭਣਾ ਹੈ। ਇੱਕ ਹੋਰ ਨੁਕਤਾ ਵੀ ਬਿਆਨ ਕਰਦੇ ਹਾਂ, ਰਹਿ ਨਾ ਜਾਏ। ਪਦਾਰਥ ਲੱਭਣਾ ਪਏਗਾ, ਪਰਮਾਤਮਾ ਨੂੰ ਲੱਭਣ ਦੀ ਲੋੜ ਨਹੀਂ, ਸਿਰਫ ਅੰਦਰ ਜਾਣਾ ਪਏਗਾ। ਉਹ ਤੇ ਮਿਲਿਆ ਹੋਇਆ ਹੈ, ਮਿਲਿਆ ਹੋਇਆ ਹੈ। ਹੋ ਸਕਦਾ ਸੋਨਾ ਮਿਲਿਆ ਨਹੀਂ, ਲੱਭਣਾ ਪੈਣਾ ਹੈ। ਹੀਰਾ ਹੈ ਨਹੀਂ ਕੋਲ, ਲੱਭਣਾ ਪੈਣਾ ਹੈ। ਮੋਤੀ ਹੈ ਨਹੀਂ ਕੋਲ, ਲੱਭਣਾ ਪੈਣਾ ਹੈ। ਧਨ ਹੈ ਨਹੀਂ, ਲੱਭਣਾ ਪੈਣਾ ਹੈ। ਸੁੰਦਰ ਮਕਾਨ ਕੋਲ ਹੈ ਨਹੀਂ, ਬਣਾਉਣਾ ਪੈਣਾ ਹੈ, ਲੱਭਣਾ ਪੈਣਾ ਹੈ। ਪਰਿਵਾਰ ਦੇ ਸੰਬੰਧ ਲੱਭਣੇ ਪੈਣੇ ਨੇ, ਜੋੜਨੇ ਪੈਣੇ ਨੇ। ਪਦਾਰਥ ਲੱਭਣਾ ਪੈਂਦਾ ਹੈ। ਕਹਿੰਦੇ ਨੇ ਪਰਮਾਤਮਾ ਨੂੰ ਲੱਭਣ ਦੀ ਲੋੜ ਨਹੀਂ, ਘਰ ਜਾਣਾ ਪੈਂਦਾ ਹੈ। ਸਰੀਰ ਨੂੰ ਸੁੱਖ ਮਿਲਦਾ ਹੈ ਪਦਾਰਥ ਨਾਲ, ਪਦਾਰਥ ਮਿਲਦੇ ਨੇ ਬਾਹਰੋਂ। ਮਨ ਨੂੰ ਆਨੰਦ ਮਿਲਦਾ ਹੈ ਪਰਮਾਤਮਾ ਨਾਲ, ਪਰ ਕੀਤਾ ਕੀ ਜਾਏ, ਪਰਮਾਤਮਾ ਘਰ ਦੇ 'ਚ ਹੈ, ਮਨ ਘਰ ਦੇ 'ਚ ਨਹੀਂ ਹੈ, ਮਨ ਘਰ ਦੇ 'ਚ ਨਹੀਂ। ਇਸ ਵਾਸਤੇ ਗੁਰਬਾਣੀ ਆਵਾਜ਼ ਮਾਰਦੀ ਹੈ, ਮੇਰੇ ਮਨ ਪਰਦੇਸੀ ਵੇ ਪਿਆਰੇ, ਆਓ ਬਸ ਤੂੰ ਸਿਰਫ ਘਰ ਦੇ 'ਚ ਆ। ਪ੍ਰਭੂ ਤੇ ਮਿਲਿਆ ਹੋਇਆ ਹੈ, ਆਨੰਦ ਤੇ ਮਿਲਿਆ ਹੋਇਆ ਹੈ। ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਏ। ਪਦਾਰਥ ਸਾਰੇ ਮਿਲੇ ਹੋਏ ਨਹੀਂ, ਰੋਜ਼ ਰੋਜ਼ ਲੱਭਣੇ ਪੈਂਦੇ। ਧਨ ਜਿਤਨਾ ਚਾਹੀਦਾ ਹੈ ਨਹੀਂ, ਲੱਭਣਾ ਪੈਂਦਾ ਹੈ। ਔਰ ਜਿਤਨੇ ਚਿਰ ਤੱਕ ਲੱਭਣਾ ਪੈਂਦਾ ਹੈ, ਉਨੇ ਚਿਰ ਤੱਕ ਸਮਝ ਲਓ ਲੋੜ ਹੈ ਜਾਂ ਭੁੱਖ ਹੈ। ਔਰ ਮੈਂ ਇਹ ਵੀ ਅਰਜ਼ ਕਰਾਂ, ਜਿੰਨੇ ਚਿਰ ਤੱਕ ਸਰੀਰ ਜ਼ਿੰਦਾ ਹੈ, ਭੁੱਖ ਰਹੇਗੀ, ਭੁੱਖ ਨਹੀਂ ਮਿਟਦੀ। ਭੋਜਨ ਛਕਿਆ, ਭੁੱਖ ਮਿਟ ਗਈ ਹੈ, ਸ਼ਾਮੀ ਫਿਰ ਭੁੱਖ ਲੱਗੇ। ਸ਼ਾਮੀ ਛਕਿਆ, ਭੁੱਖ ਮਿਟ ਗਈ ਹੈ, ਸਵੇਰੇ ਫਿਰ ਲੱਗੇ। ਧਨ ਮਿਲਿਆ, ਹੋਰ ਭੁੱਖ ਪੈਦਾ ਹੋਵੇਗੀ। ਪਦਾਰਥ ਮਿਲੇ ਨੇ, ਹੋਰ ਭੁੱਖ ਪੈਦਾ ਹੋਵੇਗੀ। ਪ੍ਰਭਤਾ ਮਿਲੀ ਹੈ, ਹੋਰ ਭੁੱਖ ਪੈਦਾ ਹੋਵੇਗੀ। ਪਰ ਮਿਹਰ ਕਰਾਂ, ਇੱਕ ਦਫਾ ਮਨ ਘਰ ਦੇ 'ਚ ਆ ਜਾਏ, ਮਨ ਦੀਆਂ ਸਾਰੀਆਂ ਹੀ ਭੁੱਖਾਂ ਮਿਟ ਜਾਂਦੀਆਂ ਨੇ, ਕਿਉਂਕਿ ਘਰ ਦੇ 'ਚ ਸਭ ਕੁਛ ਹੈ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈ। ਸਾਰੀਆਂ ਭੁੱਖਾਂ ਸ਼ਾਂਤ ਹੋ ਗਈਆਂ। ਕਿ ਜੋ ਮੈਂ ਅਰਜ਼ ਕਰ ਰਿਹਾ, ਭਰੋਸਾ ਨਹੀਂ ਬਚਦਾ, ਚੰਗਿਆਂ ਚੰਗਿਆਂ ਦਾ ਨਹੀਂ ਬਚਦਾ। ਦਰਅਸਲ ਕੁਝ ਸਚਾਈ ਕਬੂਲ ਕਰ ਲੈਂਦੇ ਨੇ, ਕੁਛ ਨਹੀਂ। 40-40 ਸਾਲ ਤੋਂ ਆ ਰਹੇ ਸਤਸੰਗੀ ਵੀ ਕਹਿ ਦਿੰਦੇ ਨੇ, ਗਿਆਨੀ ਜੀ ਕੀ ਕਰੀਏ, ਭਰੋਸਾ ਹੀ ਨਹੀਂ ਬਚਦਾ ਕਿ ਸਭ ਕੁਝ ਘਰ ਦੇ 'ਚ ਹੈ। ਭਰੋਸਾ ਕਿਉਂ ਨਹੀਂ ਬਚਦਾ? ਅਜੇ ਤੱਕ ਕਿਸੇ ਸਾਇੰਟਿਸਟ ਨੇ ਨਹੀਂ ਮੰਨਿਆ ਕਿ ਅੰਦਰ ਆਨੰਦ ਹੈ, ਮਹਾਨ ਖੇੜਾ ਹੈ, ਮਹਾਨ ਖੁਸ਼ੀ ਹੈ, ਮਹਾਨ ਰਸ ਹੈ, ਮਹਾਨ ਸੁਹੱਪਣ ਹੈ। ਕਿਸੇ ਚੋਟੀ ਦੇ ਸਾਇੰਟਿਸਟ ਨੇ ਨਹੀਂ ਮੰਨਿਆ। ਮਨੁੱਖ ਜੀਵਨ ਬਤੀਤ ਕਰ ਰਿਹਾ ਹੈ ਵਿਗਿਆਨ ਨੂੰ ਆਧਾਰ ਬਣਾ ਕੇ, ਗਿਆਨ ਨੂੰ ਆਧਾਰ ਬਣਾ ਕੇ ਨਹੀਂ, ਸਾਇੰਸ ਨੂੰ ਆਧਾਰ ਬਣਾ ਕੇ, ਪਰਮਾਤਮਾ ਨੂੰ ਆਧਾਰ ਬਣਾ ਕੇ ਨਹੀਂ। ਔਰ ਜਿਤਨਾ ਮਨੁੱਖ ਦਾ ਸਾਇੰਸ ਤੇ ਭਰੋਸਾ ਵੱਧਦਾ ਗਿਆ, ਉਤਨਾ ਹੀ ਪਰਮਾਤਮਾ ਤੇ ਭਰੋਸਾ ਹਟਦਾ ਗਿਆ। ਸਾਇੰਸ ਵਿਗਿਆਨ ਕੀ ਹੈ? ਪਦਾਰਥ ਨੂੰ ਆਪਣੇ ਅਨੁਕੂਲ ਕਰਨਾ। ਹਵਾ ਗਰਮ ਹੈ, ਇਹ ਨਹੀਂ ਚਾਹੀਦੀ,
ਇਹਨੂੰ ਠੰਡਾ ਕਰਨਾ, ਵਾਤਾਂ ਅਨੁਕੂਲ ਏਅਰ ਕੰਡੀਸ਼ਨ ਕਰਨੀ, ਜਿਸ ਢੰਗ ਦੀ ਹਵਾ ਸਰੀਰ ਨੂੰ ਚਾਹੀਦੀ ਵੈਸੀ ਕਰਨੀ ਹੈ। ਪਾਣੀ ਬਹੁਤ ਠੰਡਾ ਹੈ, ਬਹੁਤ ਠੰਡਾ ਹੈ, ਨਹਾਣਾ ਔਖਾ ਹੈ, ਇਹਨੂੰ ਗਰਮ ਕਰਨਾ। ਪਦਾਰਥ ਨੂੰ ਆਪਣੇ ਅਨੁਕੂਲ ਕਰਨਾ। ਲੋਹਾ ਹੈ, ਹੁਣ ਜਿਹੜਾ ਰੂਪ ਮੈਨੂੰ ਇਸ ਦਾ ਚਾਹੀਦਾ ਮੈਂ ਉਹ ਇਸ ਦਾ ਬਣਾਉਣਾ ਹੈ। ਤੋ ਲੋਹੇ ਤੋਂ ਤਰ੍ਹਾਂ ਤਰ੍ਹਾਂ ਦੀਆਂ ਮਨੁੱਖ ਨੇ ਮਸ਼ੀਨਾਂ ਬਣਾਈਆਂ ਨੇ, ਔਜ਼ਾਰ ਬਣਾਏ ਨੇ, ਸਬਜ਼ੀ ਕੱਟਣ ਲਈ ਚਾਕੂ ਬਣਾਏ ਨੇ। ਲੋਹਾ ਪ੍ਰਕਿਰਤੀ ਨੇ ਬਣਾਇਆ, ਚਾਕੂ ਮਨੁੱਖ ਨੇ ਬਣਾਇਆ। ਲੋਹਾ ਪ੍ਰਕਿਰਤੀ ਨੇ ਬਣਾਇਆ, ਤਰ੍ਹਾਂ ਤਰ੍ਹਾਂ ਦੀ ਮਸ਼ੀਨਰੀ ਮਨੁੱਖ ਨੇ ਬਣਾਈ। ਯਾਨੀ ਮਨੁੱਖ ਕਹਿ ਰਿਹਾ ਪ੍ਰਕਿਰਤੀ ਜਿਸ ਤਰ੍ਹਾਂ ਦਾ ਤੂੰ ਲੋਹਾ ਬਣਾਇਆ ਇਸ ਤਰ੍ਹਾਂ ਦਾ ਨਹੀਂ ਚਾਹੀਦਾ, ਜਿਸ ਤਰ੍ਹਾਂ ਦਾ ਮੈਨੂੰ ਚਾਹੀਦਾ ਮੈਂ ਇਹਦਾ ਰੂਪ ਉਹ ਬਣਾਉਣਾ। ਮਨੁੱਖ ਨੇ ਸੋਨੇ ਨੂੰ, ਚਾਂਦੀ ਨੂੰ, ਪਿੱਤਲ ਨੂੰ, ਤਾਂਬੇ ਨੂੰ ਔਰ ਲੋਹੇ ਨੂੰ, ਮਿੱਟੀ ਨੂੰ ਆਪਣੇ ਅਨੁਕੂਲ ਕੀਤਾ ਹੈ, ਹਵਾ ਨੂੰ ਆਪਣੇ ਅਨੁਕੂਲ ਕੀਤਾ ਹੈ। ਸੁਭਾਅ ਪਾਣੀ ਦਾ ਇਹੀ ਹੈ, ਨਿਵਾਣ ਦੀ ਤਰਫ ਵਗਣਾ। ਪਰ ਮੈਂ ਰਹਿੰਦਾ ਪਿਆ ਚੌਥੀ ਪੰਜਵੀਂ ਮੰਜ਼ਿਲ ਤੇ, ਮੈਨੂੰ ਉੱਪਰ ਪਾਣੀ ਚਾਹੀਦਾ ਹੈ। ਭਾਵੇਂ ਸੁਭਾਅ ਪਾਣੀ ਦਾ ਪ੍ਰਕਿਰਤੀ ਨੇ ਬਣਾਇਆ, ਨਿਵਾਣ ਦੀ ਤਰਫ ਚੱਲਦਾ, ਮੈਂ ਤੇ 100ਵੀਂ ਮੰਜ਼ਿਲ ਤੇ ਵੀ ਪਹੁੰਚਾ ਦਿੱਤਾ ਹੈ, ਮੈਨੂੰ ਉੱਥੇ ਚਾਹੀਦਾ ਹੈ। ਵਗਦਾ ਹੋਵੇਗਾ ਨਿਵਾਣ ਦੀ ਤਰਫ, ਮੈਨੂੰ ਚੜਾਈਆਂ ਤੇ ਚੜ੍ਹਨਾ। ਪ੍ਰਕਿਰਤੀ ਦੇ 'ਚ ਪਦਾਰਥ ਨੂੰ ਆਪਣੇ ਅਨੁਕੂਲ ਨਾ ਕੀਤਾ ਜਾਏ ਤਾਂ ਜਿਹੋ ਜਿਹਾਂ ਦਾ ਸਰੀਰ ਨੂੰ ਸੁੱਖ ਚਾਹੀਦਾ ਹੈ ਨਹੀਂ ਮਿਲੇਗਾ, ਨਹੀਂ ਮਿਲੇਗਾ। ਬੜੇ ਧਿਆਨ ਨਾਲ ਸੁਣਨਾ। ਕੋਈ ਵੀ ਪਦਾਰਥ ਮੇਰੇ ਅਨੁਕੂਲ ਨਹੀਂ ਹੈ, ਉਹ ਮੈਨੂੰ ਸੁੱਖ ਨਹੀਂ ਦੇ ਸਕਦਾ, ਕਤਈ ਨਹੀਂ ਦੇ ਸਕਦਾ। ਪੱਥਰ ਨੂੰ ਮਨੁੱਖ ਨੇ ਘੜ ਕੇ ਆਪਣੇ ਅਨੁਕੂਲ ਬਣਾਇਆ, ਜਿਸ ਤਰ੍ਹਾਂ ਦਾ ਚਾਹੀਦਾ ਵੈਸਾ ਮੈਂ ਇਸ ਨੂੰ ਰੂਪ ਦੇਣਾ ਹੈ। ਲੋਹੇ ਨੂੰ, ਪਿੱਤਲ ਨੂੰ, ਤਾਂਬੇ ਨੂੰ, ਮਿੱਟੀ ਨੂੰ, ਹਵਾ ਨੂੰ, ਪਾਣੀ ਨੂੰ ਔਰ ਹੱਥਾਂ ਕੇ ਅਗਨੀ ਨੂੰ। ਅੱਗ ਤੋਂ ਜੋ ਕੁਛ ਮੈਨੂੰ ਚਾਹੀਦਾ ਮੈਂ ਉਹ ਬਣਾਉਣਾ ਹੈ, ਮੈਂ ਉਹਦੀ ਵਰਤੋਂ ਉਸ ਤਰ੍ਹਾਂ ਕਰਨੀ ਹੈ। ਸਭ ਕੁਝ ਜਲਾ ਕੇ ਭਸਮ ਕਰ ਦਿੰਦੀ ਹੈ, ਪਰ ਮਨੁੱਖ ਇਸ ਅਗਨ ਤੋਂ ਬਹੁਤ ਕੁਝ ਤਾਮੀਰੀ ਕੰਮ ਕਰ ਰਿਹਾ ਹੈ। ਵਿਗਿਆਨ ਖੜਾ ਹੈ ਇਸ ਤੇ ਪਦਾਰਥ ਨੂੰ ਆਪਣੇ ਅਨੁਕੂਲ ਕਰਨਾ, ਇਸੇ ਤੋਂ ਸੁੱਖ ਮਿਲੇਗਾ, ਵਰਨਾ ਨਹੀਂ ਮਿਲ ਸਕਦਾ। ਤੇ ਪਦਾਰਥ ਬਾਹਰ ਨੇ, ਅੰਦਰ ਤੇ ਕੁਛ ਵੀ ਨਹੀਂ। ਨਾ ਅੰਦਰੋਂ ਲੋਹਾ ਲੱਭਦਾ ਹੈ, ਨਾ ਸੋਨਾ ਲੱਭਦਾ ਹੈ, ਨਾ ਚਾਂਦੀ ਲੱਭਦੀ ਹੈ, ਨਾ ਧਨ ਲੱਭਦਾ ਹੈ, ਨਾ ਅੰਨ ਲੱਭਦਾ ਹੈ, ਨਾ ਪਰਿਵਾਰ ਲੱਭਦਾ ਹੈ, ਨਾ ਮਹਿਲ ਮਾੜੀਆਂ ਲੱਭਦੀਆਂ ਨੇ, ਕੁਛ ਵੀ ਨਹੀਂ ਲੱਭਦਾ। ਅੰਦਰ ਤੇ ਕੁਛ ਵੀ ਨਹੀਂ, ਇਹ ਸਭ ਕੁਛ ਬਾਹਰ ਹੈ। ਚੂੰਕਿ ਤਨ ਦੇ ਸਾਰੇ ਸੁੱਖ ਬਾਹਰ ਪਏ ਨੇ, ਔਰ ਸੁੱਖ ਵੀ ਉਦੋਂ ਮਿਲਦਾ ਜਦ ਪਦਾਰਥ ਨੂੰ ਆਪਣੇ ਅਨੁਕੂਲ ਕਰੀਏ, ਨਹੀਂ ਤੇ ਨਹੀਂ ਮਿਲਦਾ। ਇਹ ਜਿਹੜਾ ਮਨ ਹੈ, ਇਹਨੂੰ ਆਨੰਦ ਉਸ ਵਕਤ ਮਿਲਦਾ ਹੈ ਜਦ ਇਹ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਕਰੇ। ਉਮੀਦ ਇਹ ਗੱਲ ਪਕੜਦੇ ਚਾਹੀਏ। ਪਦਾਰਥ ਮੇਰੇ ਅਨੁਕੂਲ ਨਹੀਂ, ਜੈਸਾ ਮੈਨੂੰ ਚਾਹੀਦਾ ਹੈ, ਮੈਨੂੰ ਸਰੀਰਕ ਸੁੱਖ ਨਹੀਂ ਮਿਲ ਸਕਦਾ। ਜੈਸਾ ਪ੍ਰਮਾਤਮਾ ਹੈ ਵੈਸਾ ਮੈਂ ਆਪਣੇ ਮਨ ਨੂੰ ਬਣਾਇਆ ਨਹੀਂ, ਪ੍ਰਮਾਤਮਾ ਦੇ ਅਨੁਕੂਲ ਕੀਤਾ ਨਹੀਂ, ਮੈਨੂੰ ਆਨੰਦ ਨਹੀਂ ਮਿਲੇਗਾ। ਤੋ ਸਰੀਰ ਨੂੰ ਸੁੱਖ ਮਿਲਦਾ ਜਾਏਗਾ, ਮਨ ਰੋਂਦਾ ਜਾਏਗਾ। ਸਰੀਰ ਨੂੰ ਸੁੱਖ ਮਿਲਦਾ ਜਾਏਗਾ, ਮਨ ਦੁਖੀ ਹੋਵੇਗਾ, ਕਲੇਸ਼ ਦੇ ਚ ਹੋਵੇਗਾ। ਸਰੀਰ ਨੂੰ ਸਾਰੇ ਸੁੱਖ ਮਿਲਦੇ ਜਾਣਗੇ, ਮਨ ਕਲੇਸ਼ ਦੇ ਨਾਲ ਭਰਦਾ ਜਾਏਗਾ। ਹੁਣ ਮੈਂ ਅਰਜ਼ ਕਰਾਂ, ਬਹੁਤ ਵੱਡੇ ਸੁਖੀ ਮਨੁੱਖ ਜੋ ਤਨ ਦੇ ਤਲ ਤੇ ਨੇ,
ਮਨ ਦੇ ਤਲ ਤੇ ਉਤਨੇ ਹੀ ਦੁਖੀ ਨੇ, ਉਤਨੇ ਹੀ ਦੁਖੀ ਨੇ। ਮਹਾਰਾਜ ਕਹਿੰਦੇ ਨੇ ਬੜੇ ਬੜੇ ਜੋ ਦੀਸੇ ਲੋਗ, ਤੋ ਵੱਡਾ ਹੋਣਾ ਕਿਸ ਤਰ੍ਹਾਂ ਨਾਪੋਗੇ। ਮਹਾਰਾਜ ਕਹਿ ਰਹੇ ਨੇ ਬੜੇ ਬੜੇ ਜੋ ਦੀਸੇ ਲੋਗ, ਪਰਿਵਾਰ ਵੱਡਾ ਹੋਵੇਗਾ, ਧਨ ਸੰਪਦਾ ਵੱਡੀ ਹੋਵੇਗੀ, ਮਹਿਲ ਮਾੜੀਆਂ ਵੱਡੀਆਂ ਹੋਣਗੀਆਂ, ਕਾਰੋਬਾਰ ਵੱਡਾ ਹੋਵੇਗਾ, ਸੋਨਾ ਚਾਂਦੀ ਹੀਰੇ ਜਵਾਹਰਾਤ ਬਹੁਤ ਤਾਦਾਦ ਦੇ ਹੋਣਗੇ, ਇਹ ਸਭ ਕੁਝ ਵੱਡਾ ਹੋਵੇਗਾ। ਮਨੁੱਖ ਦੀ ਸਰੀਰਕ ਵਡਿਆਈ ਤੇ ਬਾਹਰ ਦੀ ਵਡਿਆਈ ਇਸ ਤੇ ਖੜੀ ਹੈ। ਅਗਰ ਇਹ ਬਾਹਰੋਂ ਸਭ ਕੁਝ ਵੱਡਾ ਨਹੀਂ ਹੈ, ਇਹਨੂੰ ਸਰੀਰ ਦੇ ਤਲ ਤੇ ਵੱਡਾ ਕਹਿਣਾ ਔਖਾ ਹੋ ਜਾਏਗਾ, ਕਠਨ ਹੋ ਜਾਏਗਾ। ਮਕਾਨ ਬਹੁਤ ਵੱਡਾ ਹੈ, ਇਸ ਵਾਸਤੇ ਵੱਡਾ ਲੋ, ਬੜੇ ਬੜੇ ਜੋ ਦੀਸੇ ਲੋ, ਧਨ ਸੰਪਦਾ ਬਹੁਤ ਜ਼ਿਆਦਾ ਹੈ, ਮਹਿਲ ਮਾੜੀਆਂ ਬਹੁਤ ਉੱਚੀਆਂ ਨੇ, ਕਾਰੋਬਾਰ ਬਹੁਤ ਜ਼ਿਆਦਾ ਹੈ, ਪਰਿਵਾਰ ਬਹੁਤ ਵੱਡਾ ਹੈ, ਤਾਕਤ ਬਹੁਤ ਵੱਡੀ ਹੈ, ਤਾਂ ਵੱਡਾ ਹੈ। ਹੁਣ ਬੜੇ ਧਿਆਨ ਨਾਲ ਸੁਣ ਲੈਣਾ ਤੇ ਮੈਂ ਮਾਫੀ ਵੀ ਮੰਗ ਲੈਣਾ। ਬਾਹਰੋਂ ਜਿਤਨੇ ਵੱਡੇ ਮਨੁੱਖ ਨੇ, ਯਕੀਨ ਜਾਣੋ ਅੰਦਰੋਂ ਉਤਨੇ ਹੀ ਛੋਟੇ ਨੇ, ਕੁਛ ਵੀ ਨਹੀਂ। ਬਾਹਰੋਂ ਲੱਖਾਂ ਦੇ ਨੇ, ਅੰਦਰੋਂ ਕੱਖਾਂ ਦੇ ਨੇ, ਕੁਛ ਵੀ ਨਹੀਂ, ਕੁਛ ਵੀ। ਬੜੇ ਬੜੇ ਜੋ ਦੀਸੇ ਲੋਗ, ਤਿਨਕੋ ਵਿਆਪੇ ਚਿੰਤਾ ਰੋਗ। ਇਹ ਵੀ ਮੈਂ ਅਰਜ਼ ਕਰਦਾ, ਬਾਹਰੋਂ ਇਹ ਲੱਖਾਂ ਦੇ ਮਨੁੱਖ, ਅੰਦਰੋਂ ਕੱਖਾਂ ਦੇ ਨੇ। ਬਾਹਰੋਂ ਬਹੁਤ ਵੱਡੇ ਨੇ, ਬਹੁਤ ਛੋਟੇ ਨੇ, ਅੰਦਰੋਂ ਬਹੁਤ ਛੋਟੇ ਨੇ। ਬਾਹਰੋਂ ਮਨੁੱਖ ਵੱਡਾ ਹੋ ਸਕਦਾ ਹੈ, ਮਹਿਲ ਵੱਡਾ ਹੈ, ਕਾਰੋਬਾਰ ਵੱਡਾ ਹੈ, ਧਨ ਸੰਪਦਾ ਵੱਡੀ ਹੈ, ਪਰਿਵਾਰ ਵੱਡਾ ਹੈ। ਅੰਦਰੋਂ ਤੇ ਮਨੁੱਖ ਉਸ ਦਿਨ ਵੱਡਾ ਹੋ ਸਕਦਾ ਹੈ ਜਿਸ ਦਿਨ ਸਭ ਤੋਂ ਵੱਡਾ ਪਰਮਾਤਮਾ ਇਸ ਨੂੰ ਪ੍ਰਾਪਤ ਹੁੰਦਾ। ਉਂਝ ਨਹੀਂ ਹੋ ਸਕਦਾ, ਹੋ ਹੀ ਨਹੀਂ ਸਕਦਾ। ਇਹ ਵੀ ਮੈਂ ਅਰਜ਼ ਕਰਦੇ। ਇਸ ਵਾਸਤੇ ਬਹੁਤ ਵੱਡੇ ਵੱਡੇ ਬਾਹਰੋਂ ਲੋਕਾਂ ਨੂੰ ਗੁਸਤਾਖੀ ਭਾਵ ਮੈਂ ਅੰਦਰੋਂ ਬੜੀ ਗਹਿਰਾਈ ਨਾਲ ਦੇਖਿਆ, ਬੜੇ ਛੋਟੇ ਨੇ, ਬੜੇ ਛੋਟੇ ਨੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਕਦੀ ਉਹਨਾਂ ਦੀ ਗੁਫ਼ਤਗੂ ਸੁਣ ਲੈਣਾ, ਕਦੀ ਉਹਨਾਂ ਦੀ ਰੋਜ਼ਮਰਾ ਦੀ ਗੱਲ ਸੁਣ ਲੈਣਾ, ਅੰਦਰੋਂ ਤੇ ਬਹੁਤ ਛੋਟੇ ਨੇ। ਅੰਦਰੋਂ ਕਿਉਂ ਨਹੀਂ ਵੱਡਾ ਹੋਣਾ ਚਾਹੁੰਦੇ? ਜਦ ਇਹ ਵੱਡਾ ਹੋਣਾ ਚਾਹੁੰਦੇ ਨੇ ਔਰ ਬਾਹਰੋਂ ਵਡਿਆਈ ਲੱਭਦੇ ਨੇ, ਫਿਰ ਕੀ ਕਾਰਨ ਹੈ ਅੰਦਰੋਂ ਕਿਉਂ ਛੋਟੇ ਨੇ? ਦਰਅਸਲ ਇਹਨਾਂ ਨੇ ਇੱਕ ਨੁਕਤਾ ਗਲਤ ਸਮਝ ਲਿਆ। ਅੱਜ ਤੱਕ ਜੋ ਕੁਛ ਮਿਲਿਆ ਬਾਹਰੋਂ ਮਿਲਿਆ, ਧਨ ਮਿਲਿਆ ਬਾਹਰੋਂ ਮਿਲਿਆ, ਮਹਿਲ ਮਾੜੀਆਂ ਮਿਲੀਆਂ ਨੇ ਬਾਹਰੋਂ ਮਿਲੀਆਂ ਨੇ, ਇੱਜ਼ਤ ਮਾਣ ਮਰਿਆਦਾ ਮਿਲੀ ਹੈ ਬਾਹਰੋਂ ਮਿਲੀ ਹੈ, ਪਦਾਰਥ ਮਿਲੇ ਨੇ ਬਾਹਰੋਂ ਮਿਲੇ ਨੇ, ਤੋ ਸਮਝ ਲੈਂਦੇ ਨੇ ਸ਼ਾਇਦ ਪਰਮਾਤਮਾ ਵੀ ਕਿਧਰੋਂ ਬਾਹਰੋਂ ਮਿਲ ਜਾਏਗਾ। ਮੈਂ ਇਹ ਭੁਲੇਖਾ ਹੈ, ਇਹ ਭੁਲੇਖਾ। ਤਨ ਭਜ ਰਿਹਾ ਬਾਹਰ ਸੁੱਖਾਂ ਦੀ ਤਲਾਸ਼ ਦੇ ਵਿੱਚ, ਮਨ ਵੀ ਨਾਲ ਭਜ ਰਿਹਾ, ਆਨੰਦ ਦੀ ਤਲਾਸ਼ ਦੇ ਵਿੱਚ। ਸੁੱਖ ਮਿਲ ਰਿਹਾ, ਆਨੰਦ ਨਹੀਂ ਮਿਲ ਰਿਹਾ। ਤਾਂ ਹੁਣ ਮੈਂ ਅਰਜ਼ ਕਰਾਂ, ਜਿਤਨੀ ਤਾਦਾਦ ਦੇ ਵਿੱਚ ਮਨੁੱਖ ਨੂੰ ਸਰੀਰਕ ਸੁੱਖ ਪ੍ਰਾਪਤ ਹੋ ਜਾਂਦੇ ਨੇ, ਉਤਨੀ ਹੀ ਮਿਕਦਾਰ ਵਿੱਚ ਮਾਨਸਿਕ ਤੌਰ ਤੇ ਦੁਖੀ ਹੋ ਜਾਂਦਾ। ਕੋਈ ਮਨੁੱਖ ਮਨ ਦੇ ਤਲ ਤੇ ਕਿੰਨਾ ਕੁ ਦੁਖੀ ਹੈ, ਇਹਨੂੰ ਕਿਵੇਂ ਨਾਪੋਗੇ? ਵੇਖ ਲੈਣਾ ਸਰੀਰ ਦੇ ਤਲ ਤੇ ਕਿੰਨਾ ਕੁ ਸੁਖੀ ਹੈ। ਸਰੀਰ ਦੇ ਸਾਰੇ ਸੁੱਖ ਪਦਾਰਥ ਤੇ ਖੜੇ ਨੇ, ਤੇ ਪਦਾਰਥ ਬਾਹਰੋਂ ਲੱਭਦਾ ਹੈ, ਅੰਦਰੋਂ ਨਹੀਂ ਲੱਭਦਾ। ਮੈਂ ਇੱਕ ਦਫਾ ਫਿਰ ਦੁਹਰਾ ਦਿਆਂ, ਨਾ ਅੰਦਰੋਂ ਸੋਨਾ ਲੱਭਦਾ ਹੈ, ਨਾ ਹੀਰੇ ਮੋਤੀ ਲੱਭਦਾ, ਨਾ ਧਨ ਲੱਭਦਾ ਹੈ, ਨਾ ਅੰਨ ਲੱਭਦਾ ਹੈ, ਨਾ ਮਾਣ ਮਰਿਆਦਾ ਲੱਭਦੀ ਹੈ, ਨਾ ਸ਼ਕਤੀ ਲੱਭਦੀ ਹੈ। ਇਹ ਤੇ ਬਾਹਰੋਂ ਮਿਲਦੀ ਹੈ ਇੱਜ਼ਤ, ਮਾਣ, ਮਰਿਆਦਾ। ਤੋ ਮਨ ਨੂੰ ਇੱਕ ਭੁਲੇਖਾ ਪੈ ਗਿਆ, ਸ਼ਾਇਦ ਪਰਮਾਤਮਾ ਵੀ ਬਾਹਰੋਂ ਮਿਲੇਗਾ, ਕਿਉਂਕਿ ਅੱਜ ਤੱਕ ਜੋ ਕੁਝ ਮਿਲਿਆ ਹੈ ਬਾਹਰੋਂ ਹੀ ਤੇ ਮਿਲਿਆ ਹੈ। ਬਸ ਇਸ ਤਰੀਕੇ ਦੇ ਨਾਲ
ਤਨ ਤੇ ਭਟਕ ਭਟਕ ਕੇ ਇੱਕ ਦਿਨ ਇਸ ਦਾ ਅੰਤ ਹੋ ਜਾਂਦਾ ਹੈ। ਪਦਾਰਥ ਪਏ ਰਹਿ ਜਾਂਦੇ ਨੇ, ਪਦਾਰਥਾਂ ਨੂੰ ਭੋਗਣ ਵਾਲਾ ਸਰੀਰ ਨਹੀਂ ਰਹਿ ਜਾਂਦਾ, ਨਹੀਂ ਰਹਿ ਜਾਂਦਾ। ਥਾਕੇ ਨੈਣ ਸਰਵਨ ਸੁਨ ਥਾਕੇ, ਥਾਕੀ ਸੁੰਦਰ ਕਾਇਆ। ਅੱਖਾਂ ਵੇਖਦਿਆਂ ਵੇਖਦਿਆਂ ਰਹਿ ਗਈਆਂ ਨੇ, ਰੂਪ ਤੇ ਨਹੀਂ ਮੁੱਕ ਗਿਆ। ਕੰਨ ਸੁਣਦੇ ਸੁਣਦੇ ਰਹਿ ਗਏ ਨੇ, ਸੰਗੀਤ ਤੇ ਨਹੀਂ ਮੁੱਕ ਗਿਆ। ਜ਼ਬਾਨ ਖਾਂਦਿਆਂ ਖਾਂਦਿਆਂ ਰਹਿ ਗਈ ਏ, ਰਸ ਕਸ ਪਦਾਰਥ ਤੇ ਨਹੀਂ ਮੁੱਕ ਗਏ। ਸਰੀਰ ਭੋਗਦਿਆਂ ਭੋਗਦਿਆਂ ਰਹਿ ਗਿਆ, ਭੋਗ ਤੇ ਨਹੀਂ ਮੁੱਕੇ, ਉੱਥੇ ਮੌਜੂਦ ਨੇ। ਇਸ ਵਾਸਤੇ ਭਰਤਰੀ ਕਹਿੰਦੇ ਨੇ, ਮਨੁੱਖ ਸੋਚਦਾ ਹੈ ਮੈਂ ਭੋਗਾਂ ਨੂੰ ਭੋਗ ਰਿਹਾ, ਭਰਤਰੀ ਕਹਿੰਦੇ ਨਹੀਂ, ਭੋਗਾਂ ਨੇ ਇਸ ਨੂੰ ਭੋਗ ਲਿਆ। ਬੜੇ ਸੁੰਦਰ ਬੋਲ ਨੇ ਇਸ ਸੰਬੰਧ ਵਿੱਚ ਭਰਤਰੀ ਦੇ। ਸਾਡੇ ਕੋਲ ਦੋ ਤਰ੍ਹਾਂ ਦਾ ਜੀਵਨ ਹੈ, ਤਨ ਦਾ ਔਰ ਮਨ ਦਾ। ਤਨ ਨੂੰ ਸੁਖ ਚਾਹੀਦਾ ਹੈ, ਮਨ ਨੂੰ ਆਨੰਦ ਚਾਹੀਦਾ ਹੈ। ਸੁਖ ਪਦਾਰਥਾਂ ਤੋਂ ਬਿਨਾਂ ਨਹੀਂ ਮਿਲੇਗਾ, ਮਿਲੇਗਾ ਹੀ ਨਹੀਂ। ਭੁੱਖ ਲੱਗੀ ਹੈ, ਹੁਣ ਭੁੱਖ ਮਿਟ ਸਕਦੀ ਹੈ ਤੇ ਭੁੱਖ ਦਾ ਦੁੱਖ ਮਿਟ ਸਕਦਾ ਹੈ ਤੇ ਮੈਨੂੰ ਤ੍ਰਿਪਤੀ ਦਾ ਸੁਖ ਮਿਲ ਸਕਦਾ ਹੈ, ਪਰ ਭੋਜਨ ਤੇ ਹੋਵੇ ਨਹੀਂ ਮਿਟੇਗਾ। ਇਹ ਦੁੱਖ ਨਹੀਂ ਮਿਟੇਗਾ ਭੋਜਨ ਤੋਂ ਬਿਨਾਂ। ਤਨ ਨੂੰ ਸੁਖ ਮਿਲਦੇ ਨੇ ਪਦਾਰਥ ਨਾਲ। ਮੈਨੂੰ ਕਿਸੇ ਚੀਜ਼ ਦੀ ਲੋੜ ਹੈ, ਬਿਨਾਂ ਧਨ ਤੋਂ ਤੇ ਪ੍ਰਾਪਤ ਨਹੀਂ ਹੁੰਦੀ। ਤੋ ਮੈਂ ਅਰਜ਼ ਕਰਾਂ, ਸਰੀਰ ਦੇ ਸਾਰੇ ਸੁੱਖ ਬਾਹਰ ਪਏ ਨੇ, ਲੱਭਣੇ ਪੈਂਦੇ ਨੇ, ਖੋਜਣੇ ਪੈਂਦੇ ਨੇ। ਮਨ ਦਾ ਆਨੰਦ ਅੰਦਰ ਪਿਆ, ਖੋਜਣਾ ਨਹੀਂ ਪੈਂਦਾ। ਬੜੇ ਧਿਆਨ ਨਾਲ ਸੁਣਨਾ, ਖੋਜਣਾ ਨਹੀਂ ਪੈਂਦਾ। ਸਿਰਫ ਮਨ ਘਰ ਦੇ 'ਚ ਆ ਜਾਏ, ਆਨੰਦ ਤੇ ਪਿਆ, ਆਨੰਦ ਤੇ ਪਿਆ। ਪਰ ਕੀਤਾ ਕੀ ਜਾਏ, ਤਨ ਬਾਹਰ ਭਟਕ ਰਿਹਾ, ਮਜਬੂਰੀ ਹੈ ਉਹਦੀ, ਨੂੰ ਕੋਈ ਸਭ ਕੁਝ ਮਿਲਦਾ ਜੋ ਬਾਹਰ ਹੈ, ਮਨ ਵੀ ਉਸ ਦੇ ਨਾਲ ਭਟਕ ਰਿਹਾ। ਇਸ ਵਾਸਤੇ ਗੁਰਬਾਣੀ ਆਵਾਜ਼ ਮਾਰਦੀ ਏ, ਮੇਰੇ ਮਨ ਪਰਦੇਸੀ ਵੇ, ਪਿਆਰੇ ਆਓ ਘਰੇ। ਹੁਣ ਦੂਜਾ ਨੁਕਤਾ ਮੈਂ ਫਿਰ ਦੁਹਰਾਵਾਂ, ਪਦਾਰਥ ਨੂੰ ਆਪਣੇ ਅਨੁਕੂਲ ਨਾ ਕਰੀਏ, ਸੁਖ ਨਹੀਂ ਮਿਲਦਾ। ਚਣੇ ਬੜੇ ਸਖਤ ਨੇ, ਚਬਾਣੇ ਬੜੇ ਔਖੇ ਨੇ, ਗਲਾਣੇ ਪੈਣਗੇ, ਪਕਾਣੇ ਪੈਣਗੇ। ਸਾਗ ਸਬਜ਼ੀ ਮੈਨੂੰ ਆਪਣੇ ਅਨੁਕੂਲ ਬਣਾਉਣੀ ਪਏਗੀ, ਪਕਾਣੀ ਪਏਗੀ, ਤਾਂ ਕਿ ਮੇਰੇ ਸਰੀਰ ਲਈ ਉਹ ਠੀਕ ਹੋ ਸਕਣ। ਸੁਖ ਕਿਸ ਤਰ੍ਹਾਂ ਮਿਲਦਾ ਹੈ? ਪਦਾਰਥਾਂ ਤੋਂ। ਸਿਰਫ ਪਦਾਰਥਾਂ ਤੋਂ ਨਹੀਂ, ਪਦਾਰਥ ਨੂੰ ਆਪਣੇ ਅਨੁਕੂਲ ਕਰਨ ਵਿੱਚ ਤਾਂ ਸੁਖ ਮਿਲਦਾ ਹੈ, ਉਂਝ ਨਹੀਂ ਮਿਲਦਾ, ਕਤਈ ਨਹੀਂ ਮਿਲਦਾ। ਉਹਨੂੰ ਆਪਣੇ ਅਨੁਕੂਲ ਕਰਨਾ ਪੈਂਦਾ। ਹਵਾ ਤੇ ਭਿਅੰਕਰ ਗਰਮ ਹੈ। ਇਰਾਕ ਦੇ 'ਚ, ਕੁਵੈਤ ਦੇ 'ਚ ਦਰਜਾ ਹਰਾਰਤ ਜੂਨ ਜੁਲਾਈ ਦੇ 'ਚ 52 ਤੇ ਜਾ ਪਹੁੰਚਦਾ ਹੈ। ਬਾਜ਼ਾਰ ਸਵੇਰੇ 6 ਤੋਂ 11 ਤੱਕ ਖੁੱਲ੍ਹਦੇ ਨੇ, ਬੰਦ ਹੋ ਜਾਂਦੇ ਨੇ, ਇੰਨੀ ਭਿਅੰਕਰ ਗਰਮੀ। ਕਿਸੇ ਨੂੰ ਬਾਹਰ ਕੰਮ ਵੀ ਨਹੀਂ ਕਰਨ ਦਿੱਤਾ ਜਾਂਦਾ। ਇਤਨੀ ਕੜਕਦੀ ਧੁੱਪ ਤੇ ਲੂ, ਮਨੁੱਖ ਬੇਹੋਸ਼ ਹੋ ਜਾਂਦਾ ਹੈ। ਲੇਕਿਨ ਘਰਾਂ ਦੇ 'ਚ ਲੋਕੀ ਆਰਾਮ ਨਾਲ ਪੈ ਰਹਿੰਦੇ ਨੇ। ਹਰ ਘਰ ਦੇ 'ਚ ਏਅਰ ਕੰਡੀਸ਼ਨ। ਹਵਾ ਨੂੰ ਆਪਣੇ ਅਨੁਕੂਲ ਕਰਨਾ, ਹੋਵੇ ਪਈ ਗਰਮ, ਇਹਨੂੰ ਠੰਡਾ ਕਰਨਾ। ਪਾਣੀ ਨੂੰ ਆਪਣੇ ਅਨੁਕੂਲ ਕਰਨਾ। ਮੈਂ 8ਵੀਂ ਮੰਜ਼ਿਲ ਤੇ ਰਹਿਣਾ, ਪਾਣੀ ਤੇ ਨਿਵਾਣ ਦੀ ਤਰਫ ਵਗਣਾ, ਮੈਨੂੰ ਉੱਪਰ ਚੜ੍ਹਨਾ। ਹਵਾ ਨੂੰ ਆਪਣੇ ਅਨੁਕੂਲ ਕਰਨਾ, ਪਾਣੀ ਨੂੰ ਆਪਣੇ ਅਨੁਕੂਲ ਕਰਨਾ, ਅਗਨੀ ਨੂੰ ਆਪਣੇ ਅਨੁਕੂਲ ਕਰਨਾ, ਧਰਤੀ ਨੂੰ ਆਪਣੇ ਅਨੁਕੂਲ ਕਰਨਾ, ਸੋਨੇ ਚਾਂਦੀ ਨੂੰ ਆਪਣੇ ਅਨੁਕੂਲ ਕਰਨਾ। ਇਹ ਸੋਨਾ ਮੈਂ ਗਲ ਦੇ 'ਚ ਪਾਉਣਾ ਹੈ ਤਾਂ ਹਾਰ ਬਣਾਉਣਾ, ਮੈਂ ਉਂਗਲ ਦੇ 'ਚ ਪਾਉਣਾ ਹੈ ਤਾਂ ਅੰਗੂਠੀ ਬਣਾਉਣੀ ਹੈ। ਮੈਂ ਸੋਨੇ ਨੂੰ ਆਪਣੀ ਸ਼ਕਲ ਦੇਣੀ ਹੈ, ਜਿਸ ਤਰ੍ਹਾਂ ਦਾ ਮੈਨੂੰ ਚਾਹੀਦਾ ਹੈ। ਮੈਂ ਲੋਹੇ ਨੂੰ ਮਸ਼ੀਨਰੀ ਦੇ 'ਚ ਬਦਲਣਾ ਹੈ, ਕਿਉਂਕਿ ਉਸ ਤਰ੍ਹਾਂ ਹੀ ਮੈਨੂੰ ਕੰਮ ਦੇ ਸਕਦਾ ਹੈ। ਮੈਨੂੰ ਲੋਹੇ ਦਾ ਚਾਕੂ ਚਾਹੀਦਾ ਹੈ। ਧਾਤੂਆਂ ਨੂੰ ਆਪਣੇ ਅਨੁਕੂਲ ਕਰਨਾ, ਧਰਤੀ ਨੂੰ ਆਪਣੇ ਅਨੁਕੂਲ ਕਰਨਾ, ਪਾਣੀ ਨੂੰ ਆਪਣੇ ਅਨੁਕੂਲ ਕਰਨਾ, ਹਵਾ ਨੂੰ ਆਪਣੇ ਅਨੁਕੂਲ ਕਰਨਾ। ਇਸੇ ਦੇ ਨਾਲ ਹੀ ਮਨੁੱਖ ਨੂੰ ਸਰੀਰਕ ਸੁੱਖ ਮਿਲਦੇ ਨੇ, ਵਰਨਾ ਨਹੀਂ ਮਿਲਦੇ, ਨਹੀਂ ਮਿਲਦੇ। ਬਾਹਰੋਂ ਪਦਾਰਥ ਵੱਧਦੇ ਜਾਣ,
ਮਨੁੱਖ ਦਾ ਵੱਡਾ ਹੋਣਾ ਵੀ ਵੱਧਦਾ ਜਾਂਦਾ ਹੈ। ਬੜੇ ਬੜੇ ਜੋ ਦੀਸੇ ਲੋਗ, ਮੈਂ ਫਿਰ ਦੁਹਰਾਵਾਂ, ਇਹ ਵੱਡਾ ਹੈ। ਕਿਸ ਤਰ੍ਹਾਂ? ਮਕਾਨ ਬਹੁਤ ਵੱਡਾ ਹੈ, ਕਾਰੋਬਾਰ ਬਹੁਤ ਵੱਡਾ, ਇੱਜ਼ਤ ਮਾਣ ਮਰਿਆਦਾ ਬਹੁਤ ਵੱਡੀ ਹੈ, ਸ਼ਕਤੀ ਬਹੁਤ ਵੱਡੀ ਹੈ, ਪਰਿਵਾਰ ਬਹੁਤ ਵੱਡਾ ਹੈ, ਤਾਕਤ ਬਹੁਤ ਵੱਡੀ ਹੈ, ਧਨ ਸੰਪਦਾ ਬਹੁਤ ਵੱਡੀ ਹੈ, ਪਸਾਰਾ ਬਹੁਤ ਵੱਡਾ ਹੈ। ਮਨੁੱਖ ਦਾ ਵੱਡਾ ਹੋਣਾ ਇਸ ਤੇ ਖੜਾ ਹੈ ਹੀ ਨਹੀਂ ਮਕਾਨ। ਸਵੇਰੇ ਦਾ ਹੈ ਤੇ ਸ਼ਾਮ ਨੂੰ ਨਹੀਂ, ਧਨ ਹੀ ਨਹੀਂ ਹੈ। ਕੋਈ ਇੱਜ਼ਤ ਮਾਣ ਮਰਿਆਦਾ ਹੀ ਨਹੀਂ ਹੈ। ਦੋ ਨੁਕਤੇ ਹੋਰ ਸੁਣ ਲੈਣਾ, ਬਾਰ-ਬਾਰ ਮਾਫ ਕਰ ਦੇਣਾ ਮੈਨੂੰ। ਹੋ ਸਕਦਾ ਹੈ ਕੋਈ ਮਨੁੱਖ ਬਾਹਰੋਂ ਬਹੁਤ ਵੱਡਾ ਹੋਵੇ, ਐਸਾ ਹੋ ਸਕਦਾ ਹੈ ਅੰਦਰੋਂ ਬਹੁਤ ਛੋਟਾ ਹੋਵੇ, ਬਹੁਤ ਛੋਟਾ ਹੋਵੇ। ਔਰ ਐਸਾ ਵੀ ਹੋ ਸਕਦਾ ਹੈ ਕੋਈ ਬਾਹਰੋਂ ਬਹੁਤ ਛੋਟਾ ਹੈ, ਬਹੁਤ ਛੋਟਾ ਹੈ, ਅੰਦਰੋਂ ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਬਸਤਾ ਟੂਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰੋ, ਉਦਿਆਨ ਭਰ ਮੈਨਾ। ਕੋਈ ਬਿਰਾਦਰੀ ਨਹੀਂ, ਕੋਈ ਜ਼ਾਤ ਨਹੀਂ, ਕੋਈ ਕੁਲ ਨਹੀਂ, ਕੋਈ ਮਿੱਤਰ ਨਹੀਂ, ਕੋਈ ਪਰਿਵਾਰਕ ਬਲ ਨਹੀਂ। ਪਰ ਮਹਾਰਾਜ ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕੋ, ਹਰੀ ਨਾਮ ਮਨ ਬਿਨਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੱਗੋਂ ਇੱਕ ਦੋ ਸਿੰਘਾਂ ਨੇ ਬੇਨਤੀ ਕੀਤੀ ਸੀ। ਗੁਰਪ੍ਰਤਾਪ ਸੂਰਜ ਦੀ ਕਥਾ। ਮਹਾਰਾਜ ਜਿਤਨੇ ਭਗਤ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਕੱਠੇ ਕੀਤੇ ਨੇ, ਇਹਨਾਂ ਦੇ ਵਿੱਚ ਬਹੁਤ ਸਾਲੇ ਤੇ ਬਹੁਤ ਮੁਫਲਿਸ ਨੇ, ਕੁਛ ਵੀ ਨਹੀਂ ਇਹਨਾਂ ਕੋਲ, ਕੁਛ ਵੀ ਨਹੀਂ। ਕਿਸੇ ਕੋਲ ਪਹਿਨਣ ਦੇ ਚੰਗੇ ਕੱਪੜੇ ਕੋਈ ਨਹੀਂ, ਕਿਸੇ ਕੋਲ ਦੋ ਵਕਤ ਦੀ ਰੋਟੀ ਨਹੀਂ ਹੈ। ਕਬੀਰ ਤੇ ਕਬੂਲ ਪੈ ਕਰਦੇ ਨੇ, ਇਸ ਨੂੰ ਕਬੂਲ ਪੈ ਕਰਦੇ ਨੇ। ਮੁਸ ਮੁਸ ਰੋਵੇ ਕਬੀਰ ਕੀ ਮਾਈ, ਜ਼ਾਰੋ ਜ਼ਾਰ ਰੋਂਦੀ ਏ ਕਬੀਰ ਦੀ ਮਾਂ। ਇਹ ਬਾਰਕ ਕੈਸੇ ਜੀਵੇਂ ਰਗਰਾਈ, ਐ ਬੱਚੇ ਮੇਰੇ ਪੋਤਰੇ ਕਿਵੇਂ ਜੀਵਨਗੇ। ਤਨ ਨਾ ਬੁਨ ਨਾ ਸਭ ਤਜਿਓ ਹੈ ਕਬੀਰ। ਕੰਮ ਬਹੁਤ ਥੋੜਾ ਕਰਦਾ ਹੈ, ਹਰ ਵਕਤ ਰਾਮ ਦੀ ਧੁਨੀ ਚ ਮਸਤ ਰਹਿੰਦਾ ਹੈ। ਤਨ ਨਾ ਬੁਨ ਨਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਜਿਸ ਸਰੀਰ ਨੇ ਕੰਮ ਕਾਰ ਕਰਨਾ ਚਾਹੀਦਾ ਹੈ, ਇਹਨੇ ਤੇ ਬਸ ਰਾਮ ਦਾ ਨਾਂ ਹੀ ਰਟਿਆ ਹੋਇਆ, ਹਰੀ ਦਾ ਨਾਂ ਹੀ ਲਿਖ ਲਿਆ। ਤੋ ਕੁਦਰਤੀ ਗੱਲ ਹੈ, ਇੱਕ ਮੁਫਲਸ ਹੀ ਸੀ, ਇੱਕ ਕੰਮ ਥੋੜਾ। ਦੋ ਵਕਤ ਦਾ ਢੰਗ ਦਾ ਪ੍ਰਸ਼ਾਦਾ ਨਹੀਂ ਸੀ। ਸਿੰਘਾਂ ਨੇ ਕਿਹਾ ਮਹਾਰਾਜ ਇਹਨਾਂ ਤੇ ਬਹੁਤ ਸਾਰੇ ਐਸੇ ਨੇ, ਕਈਆਂ ਕੋਲ ਰਹਿਣ ਵਾਸਤੇ ਢੰਗ ਦੀ ਕੁੱਲੀ ਨਹੀਂ ਹੈ, ਕਿਸੇ ਕੋਲ ਪਹਿਨਣ ਵਾਸਤੇ ਢੰਗ ਦੇ ਕੱਪੜੇ ਨਹੀਂ ਨੇ, ਕਿਸੇ ਕੋਲ ਖਾਣ ਵਾਸਤੇ ਦੋ ਵਕਤ ਦੀ ਰੋਟੀ ਨਹੀਂ ਹੈ, ਔਰ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠੇ ਨੇ ਸਜਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ ਸੁਣਨਾ ਬੜੇ ਧਿਆਨ ਨਾਲ। ਦੋ ਸ਼ਲੋਕ ਨੇ ਜੋ ਹੈ ਇਹਨਾਂ ਨੂੰ ਡੱਖਣੇ ਮੱਲਾ ਪੰਜਵਾਂ ਕਹਿੰਦੇ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ ਦੱਖਣੇ ਇਸ ਵਾਸਤੇ ਕਹਿੰਦੇ ਨੇ, ਲਹਿੰਦੇ ਪੰਜਾਬ ਦੀ ਬੋਲੀ, ਦਕਸ਼ਨ ਦੀ ਬੋਲੀ, ਦੱਖਣ ਦੀ। ਇਧਰ ਸਰਗੋਦਾ, ਮੀਆਂ ਵਾਲੀ, ਮੁਲਤਾਨ ਦੇ ਇਲਾਕੇ 'ਚ ਜੋ ਪੰਜਾਬੀ ਬੋਲੀ ਜਾਂਦੀ ਸੀ, ਇਹਨੂੰ ਲਹਿੰਦੀ ਤੇ ਦੱਖਣੀ ਪੰਜਾਬੀ ਕਹਿੰਦੇ ਸਨ। ਮੁਖਤਸਰ ਮੈਂ ਅਰਜ਼ ਕਰਾਂ, ਸਾਹਿਬ ਕਹਿੰਦੇ ਨੇ ਸੇ ਨੰਗੇ ਨੈ ਨੰਗ। ਦੱਖਣੇ ਮੱਲਾ ਪੰਜਵਾਂ ਧਿਆਨ ਨਾਲ ਸੁਣਨਾ। ਸੇ ਨੰਗੇ, ਮੈਂ ਮੰਨਦਾ ਤਨ ਦੇ ਉੱਤੇ ਚੰਗੇ ਕੱਪੜੇ ਨਹੀਂ ਸਨ, ਵਿਚਾਰੇ ਨੰਗੇ ਸਨ। ਸੇ ਨੰਗੇ ਨਹਿ ਨੰਗ, ਭੁੱਖੇ ਲੱਖ ਨਾ ਭੁੱਖਿਆ, ਭਾਵੇਂ ਭੁੱਖੇ ਸਨ। ਢੰਗ ਦੀ ਰੋਟੀ ਨਹੀਂ ਸੀ, ਢੰਗ ਦਾ ਕੱਪੜਾ ਨਹੀਂ ਸੀ, ਢੰਗ ਦਾ ਮਕਾਨ ਨਹੀਂ ਸੀ, ਸਰੀਰਕ ਸੁੱਖ ਦੇ ਸਾਧਨ ਨਹੀਂ ਸਨ। ਸੇ ਨੰਗੇ ਨੈ ਨੰਗ, ਭੁੱਖੇ ਲੱਖ ਨਾ ਭੁੱਖਿਆ, ਦੁੱਖੇ ਕੋੜ ਨਾ ਦੁੱਖ, ਨਾਨਕ ਪਿਰੀ ਭਿਖੰਦੋ ਸੁਭ ਦ੍ਰਿਸ਼ਟ।
ਭਾਵੇਂ ਤੁਹਾਡੀ ਦ੍ਰਿਸ਼ਟੀ 'ਚ ਕਰੋੜਾਂ ਹੀ ਦੁੱਖ ਹੋਣਗੇ ਉਹਨਾਂ ਕੋਲ, ਕਿਉਂਕਿ ਸਰੀਰ ਦੇ ਸੁੱਖ ਤੇ ਹੈ ਨਹੀਂ ਸਨ। ਮੈਂ ਫਿਰ ਅਰਜ਼ ਕਰਾਂ, ਸਰੀਰ ਨੂੰ ਸੁਖ ਚਾਹੀਦਾ ਹੈ, ਮਨ ਨੂੰ ਆਨੰਦ ਚਾਹੀਦਾ ਹੈ। ਪਦਾਰਥ ਤੋਂ ਸੁਖ ਮਿਲਦਾ ਹੈ, ਆਨੰਦ ਨਹੀਂ। ਪਰਮਾਤਮਾ ਤੋਂ ਆਨੰਦ ਮਿਲਦਾ ਹੈ, ਸੁਖ ਨਹੀਂ। ਇਹ ਵੀ ਮੈਂ ਅਰਜ਼ ਕਰਦੇ ਹਾਂ। ਔਰ ਹਰ ਸੁਖ ਦੁੱਖ ਦੇ 'ਚ ਬਦਲ ਜਾਂਦਾ ਹੈ। ਕੋਈ ਐਸਾ ਸੁਖ ਨਹੀਂ ਜੋ ਦੁੱਖ ਦੇ 'ਚ ਨਾ ਬਦਲੇ। ਇੱਕੋ ਇੱਕ ਆਨੰਦ ਹੈ ਜਿਹਦੇ ਵਿਪਰੀਤ ਮੁਖਾਲਫ ਦੂਜੀ ਅਵਸਥਾ ਨਹੀਂ ਹੈ। ਪਦਾਰਥਾਂ ਤੋਂ ਮਿਲਦਾ ਹੈ ਸੁਖ, ਪਰਮਾਤਮਾ ਤੋਂ ਮਿਲਦਾ ਹੈ ਆਨੰਦ। ਪਦਾਰਥ ਬਾਹਰ ਲੱਭਣੇ ਪੈਂਦੇ ਨੇ, ਪਰਮਾਤਮਾ ਨੂੰ ਲੱਭਣਾ ਨਹੀਂ ਪੈਂਦਾ, ਆਪਣੇ ਘਰ ਆਣਾ ਪੈਂਦਾ ਹੈ। ਘਰ ਦੇ ਵਿੱਚ ਹੀ ਹੈ, ਸਭ ਕੁਝ ਘਰ ਮੇਂ ਬਾਹਰ ਨਾ ਆਏ। ਪਰ ਕੀਤਾ ਕੀ ਜਾਏ, ਮਨ ਰਹਿੰਦਾ ਹੀ ਬਾਹਰ ਹੈ, ਅੰਦਰ ਜਾਂਦਾ ਹੀ ਨਹੀਂ। ਤਨ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਬਾਹਰੋਂ ਆਉਂਦੀ ਹੈ, ਤੇ ਤਨ ਦੇ ਨਾਲ ਮਨ ਵੀ ਬਾਹਰ ਭਟਕਦਾ ਹੈ। ਤਨ ਦੀਆਂ ਲੋੜਾਂ ਨੂੰ ਮਨ ਆਪਣੀ ਲੋੜ ਬਣਾ ਲੈਂਦਾ ਹੈ। ਬੜੇ ਧਿਆਨ ਨਾਲ ਸੁਣਨਾ ਇਸ ਨੁਕਤੇ ਨੂੰ। ਜਦ ਕਿ ਉਹ ਮਨ ਦੀ ਲੋੜ ਹੈ ਨਹੀਂ। ਤਨ ਦੀਆਂ ਲੋੜਾਂ ਨੂੰ ਮਨ ਆਪਣੀ ਲੋੜ ਬਣਾ ਲੈਂਦਾ ਹੈ। ਤੋ ਹੁੰਦਾ ਕੀ ਹੈ, ਉਹ ਵਸਤੂ ਤੇ ਮਿਲ ਗਈ, ਤਨ ਨੂੰ ਤੇ ਸੁਖ ਮਿਲ ਗਿਆ, ਮਨ ਨੂੰ ਆਨੰਦ ਨਹੀਂ ਮਿਲਿਆ। ਇਸ ਵਾਸਤੇ ਜੈਸੇ ਜੈਸੇ ਸਰੀਰਕ ਸੁਖ ਵੱਧਦੇ ਨੇ, ਵੈਸੇ ਵੈਸੇ ਮਾਨਸਿਕ ਦੁੱਖ ਵੱਧਦੇ ਨੇ। ਜੈਸੇ ਜੈਸੇ ਸਰੀਰਕ ਸੁਖ ਵੱਧਦੇ ਨੇ, ਵੈਸੇ ਵੈਸੇ ਮਾਨਸਿਕ ਕਲੇਸ਼ ਵੱਧਦਾ ਹੈ। ਵਿਰਲਾ ਹੀ ਕੋਈ ਜਨਕ ਹੁੰਦਾ ਹੈ ਜੋ ਸਰੀਰਕ ਤਲ ਤੇ ਸੁਖੀ ਹੋਵੇ ਤੇ ਮਾਨਸਿਕ ਤਲ ਤੇ ਆਨੰਦਿਤ ਹੋਵੇ। ਇਹ ਕਦੀ ਕਦਾਈ ਕੋਈ ਵਿਰਲਾ ਹੀ ਆਉਂਦਾ ਹੈ। ਮਹਾਰਾਜਾ ਰਣਜੀਤ ਸਿੰਘ ਜੋ ਸਰੀਰਕ ਤਲ ਤੇ ਸੁਖੀ ਹੋਵੇ ਤੇ ਮਾਨਸਿਕ ਤਲ ਤੇ ਆਨੰਦਿਤ ਹੋਵੇ। ਨਹੀਂ ਤੇ ਬੜੇ ਬੜੇ ਜੋ ਦੀਸੈ ਲੋਕ, ਤਿੰਨ ਕੋ ਵਿਆਪੇ ਚਿੰਤਾ ਰੋ। ਬਾਹਰੋਂ ਮਨੁੱਖ ਵੱਡਾ ਹੋਵੇਗਾ ਪਦਾਰਥਾਂ ਨਾਲ, ਅੰਦਰੋਂ ਮਨੁੱਖ ਵੱਡਾ ਹੋਵੇਗਾ ਪਰਮਾਤਮਾ ਨਾਲ। ਗੁਸਤਾਖੀ ਮਾਫ, ਮੈਂ ਫਿਰ ਕਹਿਣ ਲਗਾ, ਬਾਹਰੋਂ ਬਹੁਤ ਵੱਡੇ ਵੱਡੇ ਲੋਕ, ਅੰਦਰੋਂ ਬਹੁਤ ਛੋਟੇ ਨੇ, ਬਹੁਤ ਛੋਟੇ ਨੇ, ਕੁਛ ਵੀ ਨਹੀਂ ਨੇ, ਕੁਛ ਵੀ ਨਹੀਂ। ਇਹ ਵੀ ਮੈਂ ਅਰਜ਼ ਕਰਦੇ ਹਾਂ, ਜੇ ਐਸਾ ਹੋ ਸਕਦਾ ਹੈ ਕਿ ਬਹੁਤ ਵੱਡੇ ਵੱਡੇ ਲੋਕ ਅੰਦਰੋਂ ਛੋਟੇ ਨੇ, ਤਾਂ ਇਸ ਤੋਂ ਉਲਟ ਵੀ ਹੋ ਸਕਦਾ ਹੈ ਕਿ ਬਾਹਰੋਂ ਬਹੁਤ ਛੋਟੇ ਲੋਕ ਕੁਛ, ਅੰਦਰੋਂ ਬਹੁਤ ਵੱਡੇ ਨੇ, ਬਹੁਤ ਵੱਡੇ ਨੇ, ਬਹੁਤ ਵੱਡੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਕਹਿ ਰਹੇ ਨੇ, ਧਿਆਨ ਨਾਲ ਸੁਣਨਾ, ਸੇ ਨੰਗੇ ਨੈ ਨੰਗ। ਭਾਵੇਂ ਨੰਗੇ ਨੇ, ਨੰਗੇ ਨਹੀਂ ਨੇ, ਢਕੇ ਹੋਏ ਨੇ। ਇਹ ਪਰਮਾਤਮਾ ਦੀ ਨਿਗਾਹ ਵਿੱਚ ਢਕੇ ਹੋਏ ਨੇ, ਤਾਂ ਦਰਗੇ ਪਹਿੰਦਾ ਜਾਏ ਸੀ, ਕੱਪੜੇ ਪਾ ਕੇ ਜਾ ਰਿਹਾ ਹੈ। ਪਰ ਜੋ ਵੱਡਾ ਹੈ, ਬਹੁਤ ਵੱਡਾ ਹੈ ਬਾਹਰੋਂ, ਅੰਦਰੋਂ ਛੋਟਾ ਹੈ, ਇਹ ਨੰਗਾ ਦੋਜ਼ਖ ਚਾਲਿਆ ਤਾਂ ਦਿਸੇ ਖਰਾ ਡਰਾਵਣਾ। ਇਹ ਸੋਹਣੇ ਸੋਹਣੇ ਕੱਪੜਿਆਂ ਵਿੱਚ ਨੰਗਾ ਹੈ, ਉਹ ਬਿਲਕੁਲ ਨੰਗਾ, ਢਕਿਆ ਹੋਇਆ ਹੈ, ਢਕਿਆ ਹੋਇਆ ਹੈ। ਅਮੀਰ ਮਿਨਾਈ ਉਰਦੂ ਦਾ ਇੱਕ ਮਾਇਆ ਨਾਜ਼ ਸ਼ਾਇਰ ਹੈ। मेरी मुफलसी से तंग आकर कहीं और जाने वाले, ये सकून न मिल सकेगा तुझे रेशमी कफन में। अमीर मिनाई एक सूफी ख्यालों का बंदा है। कहता है बहुत सारे वड्डे वड्डे लोग मैनू इंज दिसदा है जिवें रेशम का कफन पाया होया है। रेशमी कफन, बड़े सुंदर कफन, बड़े कीमती कफन, इन्ना सोहना कफन, रंग रूप, अंदरों मुर्दा। ये सकून न मिल सकेगा तुझे रेशमी कफन में। महाराज कहते से नंगे नए नंग। चलो इस संबंध
ਇੱਕ ਸੂਫੀ ਦਾ ਕਲਾਮ ਮੈਂ ਤੁਹਾਨੂੰ ਹੋਰ ਸੁਣਾ ਦਿਆਂ। ਦਿੱਲੀ ਦੀਆਂ ਗਲੀਆਂ ਦੇ ਸਰਮਦ ਬਿਲਕੁਲ ਅਲਫ ਨੰਗਾ ਘੁੰਮਦਾ ਸੀ, ਮਹਾਵੀਰ ਦੀ ਤਰ੍ਹਾਂ, ਸਵਾਮੀ ਮਹਾਵੀਰ ਦੀ ਤਰ੍ਹਾਂ। ਪਤਾ ਹੈ, ਜੈਨ ਧਰਮ ਸਾਰੀ ਦੁਨੀਆ 'ਚ ਬਹੁਤਾਤ ਦੇ 'ਚ ਨਹੀਂ ਫੈਲ ਸਕਿਆ। ਉਹਦਾ ਕਾਰਨ ਇਹਨਾਂ ਦਾ ਜਿਹੜਾ ਸਿਖਰ ਦਾ ਸੰਤ ਹੋਵੇਗਾ ਉਹਨੂੰ ਸਾਰੇ ਕੱਪੜੇ ਛੋੜਨੇ ਪੈਂਦੇ, ਦਿਗੰਬਰ। ਜਦ ਕਦੀ ਦਾਸ ਸਰਵ ਧਰਮ ਸੰਮੇਲਨ ਜਾਂਦਾ, ਉੱਥੇ ਜੈਨੀ ਵੀ ਆਉਂਦੇ ਨੇ, ਇਹ ਅਲਫ ਨੰਗੇ ਹੁੰਦੇ ਨੇ, ਬਿਲਕੁਲ ਅਲਫ ਨੰਗੇ। ਇਹਨਾਂ ਦੇ ਜਿਸ ਵਕਤ ਗਿਆਨ ਸਾਗਰ ਇੱਕ ਸੰਤ ਨੇ, ਵਿਦਿਆ ਸਾਗਰ ਇਸ ਤਰ੍ਹਾਂ ਦੇ ਨਾਮ ਨੇ ਇਹਨਾਂ ਦੇ, ਅਲਫ ਨੰਗੇ। ਜਿੱਥੇ ਕਿਤੇ ਸਰਵ ਧਰਮ ਸੰਮੇਲਨ ਹੋਵੇ ਬੋਲਣ ਦੇ ਵਿੱਚ ਇਹ ਆਉਂਦੇ ਨੇ। ਇਹ ਧਰਮ ਬਹੁਤ ਦੂਰ ਤੱਕ ਨਹੀਂ ਫੈਲ ਸਕਦਾ, ਕਾਰਨ ਨਗਨਤਾ ਨੂੰ ਹਰ ਮੁਲਕ ਕਬੂਲ ਨਹੀਂ ਕਰਦਾ, ਹਰ ਕੌਮ ਕਬੂਲ ਨਹੀਂ ਕਰਦੀ। ਇਸ ਵਾਸਤੇ ਸੀਮਤ ਰਹਿ ਗਿਆ, दायरे च रह गए। सरमद सूफी संत मुसलमान से पर नगन इनू पकड़ के औरंगजेब के दरबार दे पेश किया गया। औरंगजेब भी वेख के हैरान होया, है मुसलमान ते जैनियां की तरह नंगा रहिंदा, नांगे साधुआं की तरह नंगा। बड़ा कीमती दुशाला पहनिया होया सी। औरंगजेब ने सिपाही नूं दिता कि इहदा तन ढक दो। उहदे तन ते दुशाला पा दिता गया। सर्दियां दे दिन सन, पौ माह दे। जिन्ने दरबार विच एहलकार बैठे सन, सारियां दंगों उस जमाने दे मुताबिक कोलियां दी बखदी हुई अंगीठी पई सी सारियां दे अगों गरमाश वास्ते। सरमद कहंदा है, बादशाह सलामत, तुसीं मैनूं ये शाला दुशाला दिता है, धन्नवाद तुहाडा। पर सारे एहलकारां दे अगों ये अंगीठी पई है, एक ऐ भी दे दो। इशारा कर दिता, अंगीठी अगों रख दी। वो दुशाला उतार के अंगीठी च पा दिता, जल के खाक। औरंगजेब ने गरजदी आवाज च आखिया, तू सिर्फ नगन ही नहीं, गुस्ताख भी है। असी तेरा तन ढके, तू फिर नगन हो गया। पता है उत्थे फकीर की कहंदा है, पेशान दे लिबास हर किरा ऐबे दी। बादशाह सलामत औगणा नूं ढकना पैंदा है, गुनाहां नूं ढकना पैंदा है, गंदगी नूं ढकना पैंदा है, फुल्लां नूं ढकण दी लोड़ नहीं। फुल्लां दे उत्ते दुशाला पाण दी लोड़ नहीं है। गंदगी नूं ढकना पैंदा है, हंकार नूं ढकना पैंदा है, क्रोध नूं ढकना पैंदा है, लोभ नूं ढकना पैंदा है, वासना नूं ढकना पैंदा है, ईरखा नूं ढकना पैंदा है, निंदा नूं ढकना पैंदा है। तू देख मेरे अंदर तैनूं किहड़ा गुनाह दिखाई देंदा है, किहड़ा औगण दिखाई देंदा है। मैं नहीं पहनदा कपड़े। पेशान दे लिबास हर किरा ऐबे दीद, बेऐबा रा लिबास उरियाने दाद। बादशाह सलामत सच पुछे, तू कपड़ियां दे च भी नंगा है, तेरे पिरावां दा कतल इन्हां कपड़ियां दे चों भी मैनूं दिखाई दे रहा है। तेरे पिता दे खून दे धब्बे इन्हां कपड़ियां दे चों भी मैनूं दिखाई दे रहे हैं। भैण दे उत्ते वड्डी भैण दे उत्ते कीता होया जुल्म इन्हां कपड़ियां दे चों भी मैनूं दिखाई दे रहे हैं। बड़े बड़े फकीरां नूं जो तूं कतल कीता है, ये कतल तेरे कपड़ियां दे चों भी दिखाई दे रहा है। यकीन जान तू कपड़ियां दे च भी नंगा है, और मैं नंगा भी टकिया होया, टकिया होया। गुरु अर्जन देव जी महाराज दे बोल सुनो, से नंगे नै नंग, भुखे लख ना भुखिया, दुखे कोड़ ना दुख, नानक पिरी पिखुंदो शुभ दृष्ट। परमात्मा दी बड़ी प्यार भरी दृष्टि है इन्हां ते। ये भावें तन करके नंगे ने, मन करके कजे हुए ने। भावें तन करके दुखी ने, मन करके आनंदित ने। भावें तन करके इन्हां दियां लोड़ां दी पूर्ति नहीं हुई, मन करके बिल्कुल संतोखी ने, आनंदित ने।
ਹੁਣ ਇਸ ਦੇ ਮੁਕਾਬਲੇ ਤੇ ਦੂਜਾ ਸ਼ਲੋਕ ਸੁਣੋ, ਕਿਉਂਕਿ ਦੋਵੇਂ ਸ਼ਲੋਕ ਸਤਿਗੁਰਾਂ ਨੇ ਇਕੱਠੇ ਉਚਾਰਨ ਕੀਤੇ ਨੇ। ਇਹ ਪਹਿਲਾ ਤੇ ਦੂਜਾ ਸ਼ਲੋਕ। ਸੁਖ ਸਮੂਹਾਂ ਭੋਗ। ਅੱਖਾਂ ਨੂੰ ਜੋ ਰੂਪ ਚਾਹੀਦਾ ਹੈ ਮੌਜੂਦ ਹੈ, ਕੰਨਾਂ ਨੂੰ ਜੋ ਨਾਦ ਚਾਹੀਦਾ ਹੈ ਮੌਜੂਦ ਹੈ, ਜ਼ਬਾਨ ਨੂੰ ਜੋ ਰਸ ਚਾਹੀਦੇ ਨੇ ਮੌਜੂਦ ਨੇ, ਖਲੜੀ ਨੂੰ ਜੋ ਸਪਰਸ਼ਾ ਚਾਹੀਦੀ ਹੈ ਮੌਜੂਦ ਹੈ, ਨਾਸਕਾਂ ਨੂੰ ਜੋ ਸੁਗੰਧੀਆਂ ਚਾਹੀਦੀਆਂ ਨੇ ਮੌਜੂਦ ਨੇ, ਸਰੀਰ ਨੂੰ ਜੋ ਸੁਖ ਚਾਹੀਦੇ ਮੌਜੂਦ ਨੇ, ਸਾਰੇ ਦੇ ਸਾਰੇ ਮੌਜੂਦ ਨੇ। ਸੁਖ ਸਮੂਹਾਂ ਭੋਗ। ਭੂਮ ਸਦਾਈ ਕੋ ਧਣੀ। ਸਾਰੀ ਧਰਤੀ ਦਾ ਧਣੀ ਹੋਵੇ, ਸਾਰੀ ਧਰਤੀ ਦਾ ਮਾਲਿਕ ਹੋਵੇ ਗੁਰੂ ਅਰਜਨ ਦੇਵ ਜੀ। ਸੁਖ ਸਮੂਹਾਂ ਭੋਗ। ਭੂਮ ਸਵਾਈ ਕੋ ਧਣੀ। ਨਾਨਕ ਹੱਬੋ ਰੋਗ ਮਿਰਤਕ ਨਾਮ ਵਿਹੂਣੇ। ਇਹ ਮਨੁੱਖ ਤੁਹਾਨੂੰ ਬਾਹਰੋਂ ਜ਼ਿੰਦਾ ਦਿਖਾਈ ਦੇਗਾ, ਅੰਦਰੋਂ ਮੁਰਦਾ ਹੈ। ਇਹ ਮਨੁੱਖ ਤੁਹਾਨੂੰ ਬਾਹਰੋਂ ਵੱਡਾ ਦਿਖਾਈ ਦੇਗਾ, ਅੰਦਰੋਂ ਛੋਟਾ ਹੈ। ਇਹ ਮਨੁੱਖ ਤੁਹਾਨੂੰ ਬਾਹਰੋਂ ਸੁਖੀ ਦਿਖਾਈ ਦੇਗਾ, ਅੰਦਰੋਂ ਦੁਖੀ ਹੈ। ਔਰ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਨੰਗੇ ਹੈ, ਇਹ ਬਾਹਰੋਂ ਨੰਗੇ ਦਿਖਾਈ ਦਿੰਦੇ ਨੇ, ਅੰਦਰੋਂ ਕੱਜੇ ਹੋਏ ਨੇ। ਇਹ ਬਾਹਰੋਂ ਭੁੱਖੇ ਦਿਖਾਈ ਦਿੰਦੇ ਨੇ, ਅੱਗੋਂ ਅੰਦਰੋਂ ਰਜੇ ਹੋਏ ਨੇ। ਇਹ ਬਾਹਰੋਂ ਛੋਟੇ ਦਿਖਾਈ ਦਿੰਦੇ ਨੇ, ਅੰਦਰੋਂ ਬਹੁਤ ਵੱਡੇ ਨੇ, ਬਹੁਤ ਵੱਡੇ ਨੇ, ਬਹੁਤ ਵੱਡੇ ਨੇ। ਕੋਈ ਮਨੁੱਖ ਬਾਹਰੋਂ ਬਹੁਤ ਵੱਡਾ ਹੋ ਗਿਆ, ਬਹੁਤ ਵੱਡਾ ਹੋ ਗਿਆ, ਅੰਦਰੋਂ ਬਹੁਤ ਛੋਟਾ ਹੈ। ਇਸ ਦੇ ਨਾਲ ਸੰਸਾਰ ਭਰਿਆ ਪਿਆ ਹੈ, ਭਰਿਆ ਪਿਆ। ਪਰ ਕੋਈ ਮਨੁੱਖ ਭਾਵੇਂ ਬਾਹਰੋਂ ਤੇ ਛੋਟਾ ਹੈ, ਅੰਦਰੋਂ ਮਹਾਨ ਹੋ ਗਿਆ, ਬਹੁਤ ਵੱਡਾ ਹੋ ਗਿਆ। ਇਹ ਕਿਸੇ ਕਿਸੇ ਸ਼ਹਿਰ 'ਚ ਇੱਕ ਕਦ ਹੁੰਦਾ ਹੈ, ਹਰ ਜਗ੍ਹਾ ਨਹੀਂ ਹੁੰਦਾ, ਹਰ ਜਗ੍ਹਾ ਨਹੀਂ ਹੁੰਦਾ। ਅੰਦਰੋਂ ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਹੁਣ ਮੈਂ ਫਿਰ ਅਰਜ਼ ਕਰਾਂ, ਤਨ ਨੂੰ ਸੁਖ ਚਾਹੀਦਾ ਹੈ, ਮਨ ਨੂੰ ਆਨੰਦ ਚਾਹੀਦਾ ਹੈ। ਸੁਖ ਕੋਲ ਹੈ, ਲੋਕ ਸਵਰ ਗਿਆ। ਆਨੰਦ ਕੋਲ ਹੈ, ਪਰ ਲੋਕ ਸਵਰ ਗਿਆ। ਸੁਖ ਪਦਾਰਥਾਂ ਤੋਂ ਮਿਲਦਾ ਹੈ, ਆਨੰਦ ਪਰਮਾਤਮਾ ਤੋਂ ਮਿਲਦਾ ਹੈ। ਪਦਾਰਥ ਲੱਭਣੇ ਪੈਂਦੇ ਨੇ, ਜਿੱਥੇ ਮਨੁੱਖ ਬੈਠਾ ਉੱਥੇ ਨਹੀਂ ਨੇ। ਪਦਾਰਥਾਂ ਦੇ ਕੋਲ ਜਾਣਾ ਪੈਂਦਾ ਹੈ, ਪਦਾਰਥ ਲੱਭਣੇ ਪੈਂਦੇ ਨੇ। ਪਰਮਾਤਮਾ ਨੂੰ ਲੱਭਣ ਦੀ ਲੋੜ ਨਹੀਂ ਹੈ, ਪਰਮਾਤਮਾ ਤੇ ਕੋਲ ਹੈ, ਆਪਣੇ ਘਰ ਦੇ 'ਚ ਹੈ। ਸਿਰਫ ਮਨ ਨੂੰ ਆਪਣੇ ਘਰ ਦੇ 'ਚ ਲਿਆਣਾ ਹੈ। ਮਨ ਘਰ ਦੇ 'ਚ ਨਹੀਂ ਹੈ। ਮੇਰੇ ਮਨ ਪਰਦੇਸੀ ਵੇ ਪਿਆਰੇ ਆ ਮਿਲੇ। ਇੱਕ ਮਿਲਿਆ ਨਹੀਂ ਹੈ, ਲੱਭਣਾ ਪੈਂਦਾ ਹੈ। ਇੱਕ ਮਿਲਿਆ ਹੋਇਆ ਹੈ, ਗੁਆਚੇ ਹੋਏ ਅਸੀਂ ਆ, ਅਸੀਂ ਗੁਆਚੇ ਹੋਏ ਆ। ਬਲਕਿ ਸੂਫੀ ਤੇ ਕਹਿੰਦੇ ਪਏ ਨੇ, ਅੱਜ ਪਰਮਾਤਮਾ ਦੀ ਬੜੀ ਯਾਦ ਆ ਰਹੀ ਹੈ। ਲੱਗਦਾ ਅੱਜ ਪਰਮਾਤਮਾ ਸਾਨੂੰ ਬਹੁਤ ਯਾਦ ਕਰ ਰਿਹਾ ਹੈ, ਬਹੁਤ ਯਾਦ ਕਰ ਰਿਹਾ ਹੈ। ਅੱਜ ਪਰਮਾਤਮਾ ਦੀ ਤਲਾਸ਼ ਕਰਨ ਦਾ ਜੀ ਕਰ ਰਿਹਾ ਹੈ। ਲੱਗਦਾ ਅੱਜ ਖੁਦਾ ਸਾਡੀ ਤਲਾਸ਼ ਦੇ 'ਚ ਹੈ। ਮੈਂ ਸਮਾਪਤੀ ਕਰਾਂ, ਖੁਦਾ ਸਾਡੀ ਤਲਾਸ਼ ਦੇ 'ਚ ਹੈ। ਭਰੇ ਮੇਲੇ ਦੇ 'ਚ ਮਾਸੂਮ ਬੱਚਾ ਖੋ ਗਿਆ, ਮਾਂ ਦੇ ਹੱਥੋਂ ਛੁੱਟ ਗਿਆ। ਜ਼ਾਰੋ ਜ਼ਾਰ ਰੋ ਰਿਹਾ ਹੈ, ਮਾਂ ਮਾਂ ਪੁਕਾਰ ਰਿਹਾ ਹੈ। ਪਰ ਮਾਂ ਵੀ ਜ਼ਾਰੋ ਜ਼ਾਰ ਰੋ ਰਹੀ ਹੈ, ਬੱਚੇ ਨੂੰ ਲੱਭ ਰਹੀ ਹੈ। ਦੋਵੇਂ ਇੱਕ ਦੂਜੇ ਨੂੰ ਲੱਭ ਰਹੇ ਨੇ। ਇਹ ਬੱਚਾ ਲੱਭੇ ਤੇ ਮਾਂ ਨਾ ਲੱਭੇ, ਇਸ ਬੱਚੇ ਨੂੰ ਮਾਂ ਕਤਈ ਨਹੀਂ ਮਿਲ ਸਕਦੀ, ਨਹੀਂ ਮਿਲ ਸਕਦੀ। ਹੋਰ ਵੀ ਸੁਣ ਲਓ, ਔਰ ਇਹ ਮਾਂ ਤਲਾਸ਼ ਕਰੇ, ਬੱਚਾ ਤਲਾਸ਼ ਹੀ ਨਾ ਕਰੇ, ਇਹ ਵੀ ਮਾਂ ਦੇ ਹੱਥ ਨਹੀਂ ਲੱਗਣ ਲੱਗਾ, ਪਤਾ ਨਹੀਂ ਕਿੱਥੇ ਚਲਾ ਜਾਏਗਾ। ਲੱਭ ਰਿਹਾ ਬੱਚਾ ਮਾਂ ਨੂੰ, ਰੋ ਰਿਹਾ ਬੱਚਾ ਮਾਂ ਨੂੰ, ਪਰ ਰੋ ਰਹੀ ਹੈ ਮਾਂ ਬੱਚੇ ਨੂੰ, ਉਹ ਵੀ ਲੱਭ ਰਹੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਤੂੰ ਸਿਰਫ ਇੱਕੋ ਹੀ ਕਦਮ ਰੱਬ ਦੇ ਮਾਰਗ ਤੇ ਚੱਲ, ਗੁਰੂ ਦੇ ਮਾਰਗ ਤੇ ਚੱਲ, ਕਰੋੜਾਂ ਕਦਮ ਗੁਰੂ ਆਪ ਚਲੇਗਾ। ਤੂੰ ਸਿਰਫ ਇੱਕ ਚੱਲ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਨੇ। ਅਗਰ ਉਹ ਕਰੋੜਾਂ ਕਦਮ ਅੱਗੇ ਨਾ ਚਲੇ, ਯਕੀਨ ਜਾਣੋ ਮਿਲਾਪ ਨਹੀਂ ਹੋ ਸਕਦਾ, ਮਿਲਾਪ ਨਹੀਂ ਹੋ ਸਕਦਾ। ਇੱਕ ਕਦਮ ਕੀ ਚੱਲਣਾ ਹੈ, ਕਿਧਰੇ ਮਨ ਨੂੰ ਰਾਜ਼ੀ ਕਰ ਲਈਏ। ਇੱਕੋ ਹੀ ਸਿੱਖਿਆ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ,
ਕਿਧਰੇ ਅੰਮ੍ਰਿਤ ਵੇਲੇ ਉੱਠ ਕੇ ਮਨੁੱਖ ਬੈਠ ਕੇ ਵਾਹਿਗੁਰੂ ਮੰਤਰ ਦਾ ਜਪ ਕਰ ਦੇਵੇ, ਇੱਕੋ ਹੀ ਦਫਾ ਜਪ ਕਰੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਤੂੰ ਤੇ ਇੱਕੋ ਦਫਾ ਯਾਦ ਕੀਤਾ ਹੈ, ਕਰੋੜਾਂ ਦਫਾ ਤੈਨੂੰ ਪ੍ਰਮਾਤਮਾ ਯਾਦ ਕਰੇਗਾ। ਸੂਫੀ ਠੀਕ ਕਹਿੰਦੇ ਨੇ, ਲੱਗਦਾ ਹੈ ਅੱਜ ਖੁਦਾ ਸਾਨੂੰ ਬਹੁਤ ਯਾਦ ਕਰ ਰਿਹਾ ਹੈ। ਕਿਉਂ? ਅੱਜ ਖੁਦਾ ਦੀ ਯਾਦ ਆ ਰਹੀ ਹੈ, ਅੱਜ ਖੁਦਾ ਦੀ ਯਾਦ ਆ ਰਹੀ। ਯਾਦਾਂ ਦੋਵੇਂ ਤਰਫੋਂ ਇਕੱਠੀਆਂ ਚੱਲਦੀਆਂ ਨੇ। ਯਾਦ ਨੇ ਹੀ ਸਭ ਕੁਝ ਬਣਾਏ ਨੇ, ਉਹਦੀ ਯਾਦ ਨੇ ਮਸਜਿਦਾਂ ਬਣਾਈਆਂ ਨੇ, ਉਹਦੀ ਯਾਦ ਨੇ ਮੰਦਿਰ ਬਣਾਏ ਨੇ, ਉਹਦੀ ਯਾਦ ਨੇ ਗੁਰਦੁਆਰੇ ਬਣਾਏ ਨੇ, ਉਹਦੀ ਯਾਦ ਨੇ ਚਰਚ ਬਣਾਏ ਨੇ, ਇਤਨੇ ਧਰਮ ਗ੍ਰੰਥ ਬਣਾਏ ਨੇ, ਇਤਨੇ ਅਵਤਾਰ ਭੇਜੇ ਨੇ। ਉਹ ਯਾਦ ਕਰ ਰਿਹਾ ਹੈ, ਉਹਦੀ ਯਾਦ ਸਾਨੂੰ ਮਜਬੂਰ ਕਰ ਦਿੰਦੀ ਹੈ ਉਹਨੂੰ ਯਾਦ ਕਰਨ ਤੇ। ਪਹਿਲ ਉਹ ਕਰਦਾ ਹੈ। ਅਗਰ ਉਹ ਪਹਿਲ ਨਾ ਕਰੇ, ਯਕੀਨ ਜਾਣੋ ਕਈ ਜਨਮ ਸਾਡਾ ਮਿਲਣਾ ਨਹੀਂ ਹੋ ਸਕਦਾ। ਇਸੇ ਹੀ ਵਿਸ਼ੇ ਨੂੰ ਮੈਂ ਹੋਰ ਅੱਗੇ ਖੋਲਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਮੈਂ ਫਿਰ ਅਰਜ਼ ਕਰਾਂ, ਤਨ ਨੂੰ ਸੁਖ ਨਹੀਂ ਮਿਲੇ ਤਾਂ ਲੋਕ ਅਜਾਈਂ ਚਲਾ ਜਾਂਦਾ ਹੈ। ਮਨ ਨੂੰ ਆਨੰਦ ਨਹੀਂ ਮਿਲਿਆ ਪਰ ਲੋਕ ਅਜਾਈਂ ਚਲਾ ਜਾਂਦਾ। ਤਨ ਨੂੰ ਸੁਖ ਨਹੀਂ ਮਿਲਿਆ, ਮਨੁੱਖ ਪੀੜਤ ਰਹਿੰਦਾ ਹੈ। ਮਨ ਨੂੰ ਆਨੰਦ ਨਹੀਂ ਮਿਲਿਆ, ਮਨ ਕਲੇਸ਼ ਦੇ ਚ ਰਹਿੰਦਾ ਹੈ, ਚਿੰਤਾ ਦੇ ਚ ਰਹਿੰਦਾ ਹੈ। ਤਨ ਨੂੰ ਪਦਾਰਥ ਨਹੀਂ ਮਿਲੇ ਤਾਂ ਮਨੁੱਖ ਮਹਾਨ ਨਹੀਂ ਆਉਂਦਾ, ਵੱਡਾ ਨਹੀਂ ਆਉਂਦਾ। ਮਨ ਨੂੰ ਪਰਮਾਤਮਾ ਨਹੀਂ ਮਿਲਿਆ ਤਾਂ ਮਨ ਵੱਡਾ ਨਹੀਂ ਆਉਂਦਾ, ਮਹਾਨ ਨਹੀਂ ਆਉਂਦਾ। ਗਜ਼ਬ ਦੀ ਗੱਲ ਹੈ, ਪਦਾਰਥ ਕਿਤਨੇ ਵੀ ਵੱਡੇ ਮਿਲ ਜਾਣ ਫਿਰ ਵੀ ਅਛੂਤਾਪਨ ਰਹਿੰਦਾ ਹੈ। ਇੱਕ ਦਫਾ ਪਰਮਾਤਮਾ ਮਿਲ ਜਾਏ ਤਾਂ ਮਨ ਹੀ ਪਰਮਾਤਮਾ ਹੋ ਜਾਂਦਾ ਹੈ। ਪਦਾਰਥ ਤੋਂ ਸੁਖ ਮਿਲ ਸਕਦਾ ਹੈ, ਪਦਾਰਥ ਨੂੰ ਆਪਣੇ ਅਨੁਕੂਲ ਕਰੀਏ। ਪਰਮਾਤਮਾ ਤੋਂ ਆਨੰਦ ਮਿਲ ਸਕਦਾ ਹੈ, ਮਨ ਨੂੰ ਪਰਮਾਤਮਾ ਦੇ ਅਨੁਕੂਲ ਕਰੀਏ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਪਦਾਰਥ ਨੂੰ ਆਪਣੇ ਅਨੁਕੂਲ ਨਹੀਂ ਕਰੋਗੇ, ਸੁਖ ਨਹੀਂ ਮਿਲ ਸਕਦਾ। ਪਰਮਾਤਮਾ ਦੇ ਅਨੁਕੂਲ ਆਪਣੇ ਮਨ ਨੂੰ ਨਹੀਂ ਕਰੋਗੇ, ਪਰਮਾਤਮਾ ਨਹੀਂ ਮਿਲ ਸਕਦਾ। ਇਹ ਕਿਵੇਂ ਅਨੁਕੂਲ ਕਰੀਏ, ਬਾਕੀ ਵਿਚਾਰਾਂ ਕੱਲ ਇੱਥੇ ਹੀ ਸਮਾਪਤੀ।